ਹੈਲੋ एवरीवन, ਤਾਂ ਕਿਵੇਂ ਹੋ ਤੁਸੀਂ ਸਾਰੇ। ਉਮੀਦ ਕਰਦਾ ਕਿ ਬਹੁਤ ਹੀ ਵਧੀਆ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਰਾਈਟਿੰਗ ਦਾ ਮੋਡਿਊਲ ਕੰਪਲੀਟ ਹੋ ਚੁੱਕਿਆ। ਟਾਸਕ 1 ਵੀ ਡਿਸਕਸ ਹੋ ਗਏ, ਟਾਸਕ 2 ਵੀ ਡਿਸਕਸ ਹੋ ਗਏ। ਅੱਜ ਜਿਹੜੀ ਆਪਾਂ ਸ਼ੁਰੂਆਤ ਕਰਨੀ ਆ ਉਹ ਰੀਡਿੰਗ ਦੇ ਮੋਡਿਊਲ ਦੀ ਕਰਨੀ ਆ। ਰੀਡਿੰਗ ਦੇ ਮੋਡਿਊਲ ਦੇ ਵਿੱਚ ਇੱਕ ਪੈਸੇਜ ਅੱਜ ਮੈਂ ਤੁਹਾਨੂੰ ਸੋਲਵ ਕਰਕੇ ਦਿਖਾਉਣਾ। ਐਗਜ਼ਾਮ ਲੈਵਲ ਦਾ ਪੈਸੇਜ ਵੀ ਤੁਸੀਂ ਕਹਿ ਸਕਦੇ ਹੋ। ਇੰਨੇ ਕੁ ਲੈਵਲ ਦੀ ਰੀਡਿੰਗ ਤੁਸੀਂ ਐਗਜ਼ਾਮ ਦੇ ਵਿੱਚ ਐਕਸਪੈਕਟ ਕਰ ਸਕਦੇ ਹੋ, ਠੀਕ ਹੈ। ਅਤੇ ਇੱਕ ਟਾਈਪ ਉਹ ਡਿਸਕਸ ਕਰਨੀ ਆ ਜਿਹੜੀ ਕਿ ਤੁਹਾਨੂੰ ਖਾਸੀ ਔਖੀ ਲੱਗਦੀ ਆ, ਲਿਸਟ ਆਫ ਹੈਡਿੰਗ, ਠੀਕ ਹੈ। ਇੱਕ ਟਾਈਪ ਉਹ ਡਿਸਕਸ ਕਰਨੀ ਆ ਜਿਹੜੀ ਕਿ ਤੁਹਾਨੂੰ ਠੀਕ ਠੀਕ ਹੀ ਲੱਗਦੀ ਆ, ਜੈਸ ਨੋ ਨੋਟ ਗਿਵਨ। ਤਾਂ ਅੱਜ ਆਪਾਂ ਰੀਡਿੰਗ ਦੀ ਸ਼ੁਰੂਆਤ ਕਰਤੀ ਅਤੇ 6-7 ਮੇਨ ਟਾਈਪ ਹੁੰਦੀਆਂ ਨੇ ਰੀਡਿੰਗ ਦੀਆਂ। ਆਉਣ ਵਾਲੇ 2-3 ਦਿਨਾਂ ਦੇ ਵਿੱਚ ਉਹ ਵੀ ਕਵਰ ਹੋ ਜਾਣਗੀਆਂ, ਠੀਕ ਹੈ। ਜਾਣੀ ਕਿ ਰੀਡਿੰਗ ਦਾ ਮੋਡਿਊਲ ਵੀ ਕਵਰ ਕਰ ਦਾਂਗੇ। ਤਾਂ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹਰ ਇੱਕ ਦੀ ਲਾਈਫ ਵੈਸੇ ਡਿਫਰੈਂਟ ਹੁੰਦੀ ਹੈ ਕਿ ਕਿਸੇ ਦੀ ਜ਼ਿੰਦਗੀ ਵਿੱਚ ਕਿਸ ਤਰੀਕੇ ਦੀਆਂ ਪ੍ਰੋਬਲਮ ਨੇ, ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਹੋਰ ਤਰੀਕੇ ਦੀਆਂ ਪ੍ਰੋਬਲਮ ਨੇ। ਤੁਹਾਡੀ ਲਾਈਫ ਹੋਰ ਹੈ ਅਤੇ ਮੇਰੀ ਲਾਈਫ ਹੋਰ ਆ, ਹੈ ਨਾ। ਪਰ ਇੱਕੋ ਚੀਜ਼ ਸੇਮ ਹੁੰਦੀ ਹੈ ਵੀ ਆਪਾਂ ਨੂੰ ਜ਼ਿੰਦਗੀ ਦੀ ਹਰ ਇੱਕ ਪ੍ਰੋਬਲਮ ਦੇ ਨਾਲ ਲੜਨਾ ਪੈਣਾ। ਜ਼ਿੰਦਗੀ ਦੁੱਖ ਤਕਲੀਫਾਂ ਦਾ ਨਾਮ ਆ, ਦੁੱਖ ਵੀ ਆਉਂਦੇ ਨੇ, ਸੁੱਖ ਵੀ ਆਉਂਦੇ ਨੇ। ਜੇ ਕਾਲੀਆਂ ਰਾਤਾਂ ਨੇ ਤਾਂ ਜਿਹੜੇ ਕਿ ਚੰਗੇ ਦਿਨ ਵੀ ਜ਼ਰੂਰ ਚੜ੍ਹਨਗੇ। ਇਹ ਬਸ ਉਮੀਦ ਦੇ ਉੱਤੇ ਜੱਗ ਕਾਇਮ ਆ। ਉਮੀਦ ਰੱਖਿਓ ਜੇ ਤੁਹਾਨੂੰ ਵੀ ਕੋਈ ਵੀ ਪ੍ਰੋਬਲਮ ਆ ਰਹੀ ਹੈ, ਚਾਹੇ ਉਹ ਆਈਲੈਸ ਆ ਜਾਂ ਫਿਰ ਹੋਰ ਕੋਈ ਵੀ ਲਾਈਫ ਦੇ ਵਿੱਚ ਪ੍ਰੋਬਲਮ ਆ, ਦਿਨ ਜ਼ਰੂਰ ਬਦਲਣਗੇ। ਇੱਕ ਆਸ ਹੈ, ਆਸ ਨਾ ਛੱਡਿਓ, ਠੀਕ ਹੈ। ਤਾਂ ਫਿਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਗੱਲਾਂ ਇੱਕ ਦੋ ਹੀ ਕਹਿਣੀਆਂ ਨੇ। ਚੈਨਲ 'ਤੇ ਨਵੇਂ ਹੋ, ਸਬਸਕ੍ਰਾਈਬ ਕਰ ਲਿਓ। ਔਨਲਾਈਨ ਕਲਾਸਿਸ ਦੇ ਲਈ ਦਰਵਾਜ਼ੇ ਖੁੱਲ੍ਹੇ ਨੇ। 94 788 37 131 ਨੰਬਰ ਹੈਗਾ, ਕੰਟੈਕਟ ਕਰ ਲਿਓ। ਵਟਸਐਪ ਉੱਤੇ ਕਰ ਲਿਓ, ਚਾਹੇ ਉਹੀ ਰਿੰਗ ਮਾਰ ਦਿਓ, ਫੋਨ ਤੁਹਾਡਾ ਅਟੈਂਡ ਕੀਤਾ ਜਾਊਗਾ। ਉਸ ਤੋਂ ਇਲਾਵਾ ਜੰਬੋ ਕਿਊ ਕਾਰਡ PDF ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਇਹ ਆਪਣਾ ਜੰਬੋ ਕਿਊ ਕਾਰਡ PDF ਆ। ਪਹਿਲੇ ਆਪਾਂ ਤੁਹਾਨੂੰ ਗੱਲ ਕਲੀਅਰ ਕਰ ਦਿੰਦੇ ਹਾਂ ਵੀ ਇਹ ਓਲਡ ਜਿਹੜਾ PDF ਸੀ ਨਾ, ਆਪਣਾ ਪੁਰਾਣਾ ਪਿਛਲਾ ਵਰਜਨ ਸੀ, ਉਹਦੇ 8-9 ਕਹਾਣੀਆਂ ਦੇ ਨਾਲ 53 ਕਿਊ ਕਾਰਡ ਕਵਰ ਕੀਤੇ ਹੋਏ ਆ। ਹੁਣ ਜਿਹੜਾ ਨਿਊ PDF ਆਇਆ ਉਹ ਬਸ ਖੋਲ੍ਹਣ ਦਾ ਟਾਈਮ ਹੀ ਨਹੀਂ ਮਿਲ ਰਿਹਾ ਮੈਨੂੰ, ਅਤੇ ਮੈਂ ਦੇਖਣੀ ਆ ਵੀ ਉਹਦੇ ਵਿੱਚ ਕਿੰਨੇ ਕੁ ਨਵੇਂ ਕਿਊ ਕਾਰਡ ਐਡ ਕੀਤੇ ਆ ਅਤੇ ਉਹਦੇ ਵਿੱਚੋਂ ਆਪਾਂ ਕੱਢ ਕੇ ਇਹਦੇ ਵਿੱਚ ਐਡ ਕਰੀਏ। ਮਤਲਬ ਕਿ ਜਲਦੀ ਕਰ ਦੂੰਗਾ ਜਦੋਂ ਵੀ ਮੈਨੂੰ ਟਾਈਮ ਮਿਲਿਆ। ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਜੇ ਤੁਸੀਂ ਆਹ PDF ਬਾਏ ਕਰਦੇ ਹੋ, ਇਹਦਾ ਪ੍ਰਾਈਸ ਉਹਦੇ ਨਾਲ ਐਡਜਸਟ ਹੋ ਜਾਊਗਾ। ਮਤਲਬ ਕਿ ਉਹ ਤੁਹਾਨੂੰ ਫਰੀ ਦੇ ਵਿੱਚ ਹੀ ਦੇ ਦਿੱਤਾ ਜਾਊਗਾ, ਠੀਕ ਹੈ। ਇੰਨਾ ਤੁਹਾਨੂੰ ਪਤਾ ਹੀ ਹੈ। ਨੰਬਰ ਆਪਣਾ ਸੇਮ ਹੀ ਆ, 94 788 37 131। ਅਤੇ ਹੁਣ ਵਧੀਆ ਜਿਹੇ ਤਰੀਕੇ ਨਾਲ, ਜੇ ਮਤਲਬ ਕਿ ਜਿੰਨੀ ਕੁ ਮੈਨੂੰ ਆਪਦੀ ਨੌਲੇਜ ਆ ਉਸ ਤਰੀਕੇ ਨਾਲ ਵਧੀਆ ਰੀਡਿੰਗ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਤਾਂ ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਵੀ ਇਹ ਇੱਕ ਐਗਜ਼ਾਮ ਲੈਵਲ ਦੀ ਰੀਡਿੰਗ ਆ, ਕਿਉਂਕਿ ਕੈਂਬਰਿਜ ਦਾ 6 ਬੁੱਕ ਦਾ ਟੈਸਟ 4 ਆ। ਤੁਹਾਨੂੰ ਪਤਾ ਹੀ ਹੈ ਵੀ ਕੈਂਬਰਿਜ ਲੈਵਲ ਦੀ ਰੀਡਿੰਗ ਆਪਾਂ ਨੂੰ ਰੀਅਲ ਐਗਜ਼ਾਮ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੁੰਦੀ ਹੈ, ਠੀਕ ਹੈ। ਆ ਗਈ ਕਹਾਣੀ ਸਮਝ। ਤਾਂ ਲਿਸਟ ਆਫ ਹੈਡਿੰਗ ਤੱਕ ਪਹੁੰਚਦੇ ਆ, ਨੀਚੇ ਹੋਣਗੇ ਲਿਸਟ ਆਫ ਹੈਡਿੰਗ। ਆਹ ਲਿਸਟ ਆਫ ਹੈਡਿੰਗ ਨੇ ਇਹਦੇ 10 ਮਤਲਬ ਕਿ ਕਿੰਨੇ ਨੇ, 7 ਲਿਸਟ ਆਫ ਹੈਡਿੰਗ ਨੇ, 7 ਪੈਰੇ ਨੇ, ਅਤੇ ਆਪਸ਼ਨਾਂ ਕਿੰਨੀਆਂ ਨੇ, 10। ਜਾਣੀ ਕਿ 3 ਆਪਸ਼ਨਾਂ ਵਾਧੂ ਦਿੱਤੀਆਂ ਹੋਈਆਂ ਨੇ। ਡਰਨ ਵਾਲੀ ਕੋਈ ਲੋੜ ਨਹੀਂ ਹੁੰਦੀ। ਜਲਦੀ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਉਹ ਦੱਸਣ ਜਾ ਰਹੇ ਹਾਂ। ਲਿਸਟ ਆਫ ਹੈਡਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੈਰਾਗ੍ਰਾਫ A ਕਰਕੇ ਆਉਣਾ, ਠੀਕ ਆ। ਇਹ ਪਹਿਲੀ ਗੱਲ ਆ, ਇਹਨਾਂ ਨੂੰ ਨਹੀਂ ਦੇਖਣਾ ਸਟਾਰਟਿੰਗ ਦੇ ਵਿੱਚ। ਜਿਹੜੀਆਂ ਆਪਸ਼ਨਾਂ ਹੁੰਦੀਆਂ ਨੇ, ਆਪਸ਼ਨਾਂ ਦੇ ਵੱਲ ਤੁਸੀਂ ਬਿਲਕੁਲ ਵੀ ਧਿਆਨ ਨਹੀਂ ਦੇਣਾ, ਠੀਕ ਹੈ। ਇਹ ਚੀਜ਼ ਇੰਪੋਰਟੈਂਟ ਹੈ। ਉਸ ਤੋਂ ਬਾਅਦ ਆ ਕੇ ਇੱਥੇ ਐਲੀਮੀਨੇਸ਼ਨ ਮੈਥਡ ਨੂੰ ਯੂਜ਼ ਕਰਨਾ। ਐਲੀਮੀਨੇਸ਼ਨ ਮੈਥਡ ਯੂਜ਼ ਕਰਾਂਗੇ, ਉਹਦੇ ਨਾਲ ਕੰਮ ਸੌਖਾ ਹੋ ਜਾਂਦਾ। ਜਾਣੀ ਕਿ ਆਪਾਂ ਰਾਈਟ ਆਨਸਰ ਨਹੀਂ ਲੱਭਣਾ, ਜਿਹੜੇ ਰੋਂਗ ਨੇ ਉਹ ਕੱਟਣੇ ਆ, ਜਿਹੜੇ ਗਲਤ ਨੇ ਉਹ ਕੱਟਣੇ ਆ, ਫਿਰ ਜਿਹੜਾ ਬਚ ਗਿਆ ਉਹ ਰਾਈਟ ਨਿਕਲ ਆਊ। ਇਹ ਵੇ ਹੁੰਦਾ ਲਿਸਟ ਆਫ ਹੈਡਿੰਗ ਨੂੰ ਸੋਲਵ ਕਰਨ ਦਾ। ਪੈਰਾਗ੍ਰਾਫ A ਤੱਕ ਜਾਂਦੇ ਆਂਗੇ, ਉਹਦੀ ਟਰਾਂਸਲੇਸ਼ਨ ਕਰੂੰਗਾ, ਨਾਲ ਦੀ ਨਾਲ ਆਪਦਾ ਧਿਆਨ ਦੇਈ ਚੱਲਿਓ, ਨਾਲ ਦੀ ਨਾਲ ਅੱਖਾਂ ਘੁਮਾਈ ਚੱਲਿਓ, ਠੀਕ ਹੈ। ਕਹਿੰਦਾ ਇਹ ਫਿਊ ਮੰਥ ਹੈਗੋ, ਕੁਝ ਮਹੀਨੇ ਪਹਿਲਾਂ, ਕਹਿੰਦਾ ਕਿਮ ਸਕੈਫਰ ਨਾਂ ਦੀ ਕੋਈ ਲੇਡੀ ਆ। ਕਹਿੰਦਾ ਸੇਲਜ਼ ਰਿਪ੍ਰੈਜੈਂਟੇਟਿਵ ਆਫ ਆ ਮੇਜਰ ਗਲੋਬਲ ਜੋ ਵੀ ਇਹ ਕਿਹੜੀ ਫਾਰਮਾਕਿਊਟੀਕਲ ਕੰਪਨੀ। ਤਾਂ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਨੂੰ ਆਹ ਨਾਮ ਹੁੰਦਾ ਇਹਨਾਂ ਦਾ, ਫਾਰਮਾ ਜੇ ਆਪਾਂ ਇਹਨੂੰ ਇਕੱਲਾ ਫਾਰਮਾ ਕੰਪਨੀ ਕਹੀ ਜਾਵਾਂਗੇ। ਫਾਰਮਾਸਿਊਟੀਕਲ ਜੋ ਵੀ ਲਿਖਾ, ਫਾਰਮਾਸਿਊਟੀਕਲ ਕੰਪਨੀ ਆ। ਕਹਿੰਦਾ ਵਾਕਡ ਇਨਟੂ ਅ ਮੈਡੀਕਲ ਸੈਂਟਰ ਇਨ ਨਿਊਯਾਰਕ। ਕਹਿੰਦਾ ਉਹ ਕਿੱਥੇ ਗਈ ਸੀ, ਮੈਡੀਕਲ ਸੈਂਟਰ ਸੀ ਨਿਊਯਾਰਕ ਦੇ ਵਿੱਚ, ਉੱਥੇ ਗਈ ਸੀ। ਟੂ ਬਰਿੰਗ ਇਨਫੋਰਮੇਸ਼ਨ ਲੈ ਕੇ ਐਂਡ ਫਰੀ ਸੈਂਪਲ ਆਫ ਹਰ ਕੰਪਨੀਜ਼ ਲੇਟੈਸਟ ਪ੍ਰੋਡਕਟ। ਅਤੇ ਆਪਣੀ ਕੰਪਨੀ ਦੇ ਲੇਟੈਸਟ ਪ੍ਰੋਡਕਟ ਦੇ ਜਿਹੜੇ ਫਰੀ ਸੈਂਪਲ ਲੈ ਕੇ ਗਈ ਸੀ ਉਹ ਮੈਡੀਕਲ ਸੈਂਟਰ ਦੇ ਵਿੱਚ। ਕਹਿੰਦਾ ਦੈਟ ਡੇ ਸੀ ਵਾਜ਼ ਲੱਕੀ। ਕਹਿੰਦਾ ਉਹ ਦਿਨ ਉਹ ਲੱਕੀ ਸੀ, ਕਿਸਮਤ ਵਾਲੀ ਸੀ। ਕਹਿੰਦਾ ਇਹ ਡਾਕਟਰ ਵਾਜ਼ ਅਵੇਲੇਬਲ ਟੂ ਸੀ ਹਰ, ਕਿਉਂਕਿ ਉੱਥੇ ਡਾਕਟਰ ਉਹਨੂੰ ਦੇਖਣ ਦੇ ਲਈ ਮੌਜੂਦ ਸੀ, ਹੈਗਾ ਸੀ ਉੱਥੇ, ਹੈ ਨਾ। ਦੀ ਲਾਸਟ ਰੈਪ ਆਫਰਡ ਮੀ ਆ ਟ੍ਰਿਪ ਟੂ ਫਲੋਰੀਡਾ। ਅਤੇ ਜਿਹੜਾ ਡਾਕਟਰ ਹੈਗਾ ਉਹ ਕੀ ਕਹਿੰਦਾ ਹੈਗਾ, ਅੱਗੇ ਪੜ੍ਹੋ ਪਹਿਲਾਂ। ਵਟ ਡੂ ਯੂ ਹੈਵ ਦੀ ਫਿਜੀਸ਼ੀਅਨ ਆਸਕਡ। ਤਾਂ ਫਿਜੀਸ਼ੀਅਨ ਨੇ ਜਾਣੀ ਕਿ ਪੁੱਛਿਆ, ਜਾਣੀ ਕਿ ਜਿਹੜੀ ਲੇਡੀ ਸੀ ਉਹ ਹੈਗੀ ਸੀ ਕਿਮ ਸਕੈਫਰ। ਤਾਂ ਜਿਹੜਾ ਫਿਜੀਸ਼ੀਅਨ ਆ ਉੱਥੇ ਇਹਨਾਂ ਨੇ ਜਿਹੜਾ ਡਾਕਟਰ ਨੂੰ ਫਿਜੀਸ਼ੀਅਨ ਕਿਹਾ ਹੋਇਆ, ਠੀਕ ਹੈ। ਤਾਂ ਡਾਕਟਰ ਨੇ ਕੀ ਪੁੱਛਿਆ ਵੀ ਮੈਨੂੰ ਜਿਹੜਾ ਲਾਸਟ ਰੈਪ ਨੂੰ ਆਪਾਂ ਇੱਦਾਂ ਕਹਿ ਸਕਦੇ ਵੀ ਜਿਹੜੇ ਪਹਿਲਾਂ ਤੇਰੇ ਵਰਗੇ ਮੇਰੇ ਕੋਲ ਆਏ ਸੀ, ਵੀ ਜਾਂ ਤੁਹਾਡੀ ਕੰਪਨੀ ਦਾ ਜਿਹੜਾ ਲਾਸਟ ਜਿਹੜਾ ਰੀਪ੍ਰਜੈਂਟੇਟਿਵ ਸੀ, ਲਾਸਟ ਰੈਪ ਲਿਖਿਆ ਹੋਇਆ ਉਹਨੇ। ਕਹਿੰਦਾ ਵੀ ਉਹਨੇ ਮੈਨੂੰ ਕੀ ਆਫਰ ਕੀਤਾ ਸੀ, ਕਹਿੰਦਾ ਫਲੋਰੀਡਾ ਦਾ ਟ੍ਰਿਪ ਆਫਰ ਕੀਤਾ ਸੀ। ਕਹਿੰਦਾ ਤੇਰੇ ਕੋਲ ਕੀ ਆ।
ਤਾਂ ਕਹਿੰਦਾ ਹੀ ਵਾਜ਼ ਓਨਲੀ ਹਾਫ ਜੋਕਿੰਗ, ਤਾਂ ਕਹਿੰਦਾ ਵੀ ਉਹ ਮਤਲਬ ਕਿ ਇਕੱਲੀ ਜੋਕਿੰਗ ਜੀ ਕਰ ਰਿਹਾ ਸੀ ਹੈ ਨਾ। ਤਾਂ ਇੱਥੇ ਆਪਾਂ ਨੂੰ ਕੀ ਕਹਾਣੀ ਸਮਝ ਆਈ ਆ ਵੀ ਇੱਕ ਉਹਨਾਂ ਨੇ ਇੱਕ ਲੇਡੀ ਦਾ ਨਾਮ ਜ਼ਿਕਰ ਕੀਤਾ ਵੀ ਉਹ ਇੱਕ ਕੰਪਨੀ ਦੀ ਸੇਲ ਰਿਪਰੈਜ਼ੈਂਟੇਟਿਵ ਸੀ ਅਤੇ ਉਹ ਆਪਣੀ ਇੱਕ ਸੈਂਟਰ ਦੇ ਵਿੱਚ ਆਪਣੀ ਕੰਪਨੀ ਦੇ ਜਿਹੜੇ ਨਿਊਜ਼ ਫ੍ਰੀ ਸੈਂਪਲ ਸੀ ਉਹ ਲੈ ਕੇ ਗਈ ਸੀ, ਇਨਫੋਰਮੇਸ਼ਨ ਲੈ ਕੇ ਗਈ ਸੀ, ਅਤੇ ਡਾਕਟਰ ਨੇ ਉਹਨੂੰ ਪੁੱਛਿਆ ਵੀ ਜਿਹੜਾ ਲਾਸਟ ਆਇਆ ਸੀ ਬੰਦਾ ਤੇਰੇ ਵਰਗਾ ਸੇਲ ਰਿਪਰੈਜ਼ੈਂਟੇਟਿਵ, ਉਹਨੇ ਮੈਨੂੰ ਫਲੋਰਿਡਾ ਦਾ ਟ੍ਰਿਪ ਆਫਰ ਕੀਤਾ ਸੀ, ਕਹਿੰਦਾ ਤੇਰੇ ਕੋਲ ਕੀ ਆ। ਜਲਦੀ ਦੇ ਨਾਲ ਆਪਸ਼ਨਾਂ ਦੇ ਵੱਲ ਵੱਧਦੇ ਹਾਂ, ਐਲੀਮੀਨੇਸ਼ਨ ਮੈਥਡ ਯੂਜ਼ ਕਰਕੇ ਦਿਖਾਊਂਗਾ। ਨੋਟ ਆਲ ਦਾ ਡਾਕਟਰਸ ਆਰ ਪਰਸੂਏਡਡ, ਕੋਈ ਗੱਲ ਨਹੀਂ ਹੋਈ। ਚੂਜਿੰਗ ਦਾ ਬੈਸਟ ਆਫਰ, ਨਹੀਂ ਗੱਲ ਹੋਈ। ਕਹਿੰਦਾ ਹੂ ਇਜ਼ ਰਿਸਪੋਂਸੀਬਲ ਫਾਰ ਦਾ ਇਨਕਰੀਜ਼ ਇਨ ਪ੍ਰਮੋਸ਼ਨ, ਕੋਈ ਗੱਲ ਨਹੀਂ ਹੋਈ। ਫਾਈਟਿੰਗ ਦਾ ਡਰੱਗ ਕੰਪਨੀ, ਡਰੱਗ ਕੰਪਨੀਆਂ ਵਿੱਚ ਕੋਈ ਵੀ ਲੜਾਈ ਨਹੀਂ ਹੋ ਰਹੀ। ਐਨ ਐਗਜ਼ਾਮਪਲ ਆਫ ਵਟ ਡਾਕਟਰ ਐਕਸਪੈਕਟ ਫਰੋਮ ਡਰੱਗ ਕੰਪਨੀਜ਼, ਇਹਨੂੰ ਰੱਖ ਲੈਂਦੇ ਹਾਂ ਕਿਉਂਕਿ ਇੱਥੇ ਡਾਕਟਰ ਨੇ ਕਿਹਾ ਨਾ ਵੀ ਕਹਿੰਦਾ ਜਿਹੜਾ ਲਾਸਟ ਆਇਆ ਸੀ ਕਹਿੰਦਾ ਮੈਨੂੰ ਫਲੋਰੀਡਾ ਦਾ ਟ੍ਰਿਪ ਆਫਰ ਕਰਕੇ ਗਿਆ ਸੀ, ਕਹਿੰਦਾ ਤੇਰੇ ਕੋਲ ਕੀ ਆ। ਜਾਣੀ ਕਿ ਡਾਕਟਰ ਦੀ ਐਕਸਪੈਕਟੇਸ਼ਨਸ ਨੇ, ਉਹ ਐਕਸਪੈਕਟ ਕਰ ਰਿਹਾ ਵੀ ਤੁਹਾਡੇ ਕੋਲ ਹੈ ਕੀ, ਵੀ ਲਾਸਟ ਵਾਲੇ ਨੇ ਮੈਨੂੰ ਆਹ ਦੱਸਿਆ ਸੀ। ਗਿਫਟ ਇਨਕਲੂਡ ਫਾਈਨੈਂਸ਼ੀਅਲ ਇਨਸੈਂਟਿਵ ਅਤੇ ਗਿਫਟ ਦੀ ਉਹਨਾਂ ਨੇ ਕੋਈ ਗੱਲ ਨਹੀਂ ਹਜੇ ਕੀਤੀ, ਮਤਲਬ ਕੀਤੀ ਜ਼ਰੂਰ ਹੈ ਪਰ ਟਰੁੱਪ ਦੀ ਗੱਲ ਕੀਤੀ ਹੈ, ਪਰ ਇਨਸੈਂਟਿਵਸ ਦੀ ਜਿਹੜੀ ਫਾਈਨੈਂਸ਼ੀਅਲ ਇਨਸੈਂਟਿਵ ਨੇ ਉਹਦੀ ਨਹੀਂ ਗੱਲ ਹੋਈ, ਠੀਕ ਹੈ। ਰਿਸਰਚ ਸੋ ਦੈਟ ਪ੍ਰਮੋਸ਼ਨ ਵਰਕ, ਕੋਈ ਰਿਸਰਚ ਦੀ ਗੱਲ ਨਹੀਂ ਹੋਈ। ਹਾਈ ਕਾਸਟ ਆਫ ਰਿਸਰਚ, ਕੋਈ ਗੱਲ ਨਹੀਂ ਹੋਈ। ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ, ਨਹੀਂ ਗੱਲ ਹੋਈ, ਪੋਜ਼ੀਟਿਵ ਸਾਈਡ ਨਹੀਂ ਦੱਸੀਆਂ ਗਈਆਂ ਹਜੇ। ਹੂ ਰੀਅਲੀ ਪੇਜ਼ ਫॉर ਡਾਕਟਰਸ ਫ੍ਰੀ ਗਿਫਟ, ਜਿਹੜੇ ਫ੍ਰੀ ਜਿਹੜੇ ਗਿਫਟ ਨੇ ਡਾਕਟਰਾਂ ਨੂੰ ਮਿਲਦੇ ਨੇ ਇਹਨਾਂ ਲਈ ਪੇ ਕੌਣ ਕਰਦਾ ਗਾ, ਤਾਂ ਇਹਦੀ ਵੀ ਕੋਈ ਗੱਲ ਨਹੀਂ ਹੋਈ। ਗੱਲ ਇਹਦੀ ਹੋਈ ਆ ਵੀ ਡਾਕਟਰ ਡਰੱਗ ਕੰਪਨੀ ਤੋਂ ਮਤਲਬ ਕਿ ਐਕਸਪੈਕਟ ਕਰਦੇ ਹੈਗੇ। ਇਹ ਜਿਹੜਾ ਪੈਸੇਜ ਮੈਂ ਤੁਹਾਨੂੰ ਥੋੜ੍ਹੀ, ਕਿਉਂਕਿ ਇਹ ਪੈਸੇਜ ਮੈਂ ਕੀਤਾ ਗਾ ਤੁਹਾਨੂੰ ਹੋ ਸਕਦਾ ਸਟਾਰਟਿੰਗ ਵਿੱਚ ਸਮਝ ਨਾ ਆਵੇ ਕਾਹਦੀ ਗੱਲ ਕਰ ਰਹੇ ਨੇ, ਉਹ ਮੈਂ ਤੁਹਾਨੂੰ ਸਮਝਾ ਦਿੰਦਾ। ਇਹ ਗੱਲ ਕਰ ਰਹੇ ਨੇ, ਮੰਨ ਲਓ ਵੀ ਜਿਹੜੀਆਂ ਫਾਰਮਾ ਕੰਪਨੀਆਂ ਨਹੀਂ ਹੁੰਦੀਆਂ, ਦਵਾਈਆਂ ਵਾਲੀਆਂ ਕੰਪਨੀਆਂ ਹੁੰਦੀਆਂ ਨੇ, ਉਹ ਡਾਕਟਰਾਂ ਦੇ ਕੋਲੇ ਜਾਂਦੀਆਂ ਨੇ ਵੀ ਆਹ ਚੱਕੋ ਸਾਡੀਆਂ ਦਵਾਈਆਂ ਦੇ ਫ੍ਰੀ ਸੈਂਪਲ, ਇਹ ਤੁਸੀਂ ਆਪਦੇ ਜਿਹੜੇ ਕਲਾਇੰਟ ਆਉਣਗੇ, ਜਿਹੜੇ ਪੇਸ਼ੈਂਟ ਹੋਣਗੇ ਉਹਨਾਂ ਨੂੰ ਦੇਣੀਆਂ ਨੇ, ਠੀਕ ਹੈ, ਵੀ ਸਾਡੀ ਕੰਪਨੀ ਦੀ ਦਵਾਈਆਂ ਤੁਸੀਂ ਵੇਚਣੀਆਂ ਨੇ, ਇਹਦੇ ਬਦਲੇ ਅਸੀਂ ਤੁਹਾਨੂੰ ਗਿਫਟ ਦੇਵਾਂਗੇ, ਅਸੀਂ ਤੁਹਾਨੂੰ ਬਾਹਰ ਭੇਜਾਂਗੇ, ਅਸੀਂ ਤੁਹਾਨੂੰ ਫ੍ਰੀ ਲੰਚ ਦੇਵਾਂਗੇ, ਇਹਦੇ ਬਦਲੇ ਅਸੀਂ ਤੁਹਾਨੂੰ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਗਿਫਟ ਦੇਵਾਂਗੇ ਜੇ ਤੁਸੀਂ ਸਾਡੀ ਕੰਪਨੀਜ਼ ਦੇ ਜਿਹੜੇ ਦਵਾਈਆਂ ਨੇ ਉਹ ਆਪਦੇ ਕਲਾਇੰਟਸ ਨੂੰ ਦੇਵੋਗੇ। ਇਹਦੇ ਬਾਰੇ ਆਏ ਪੈਸੇਜ, ਠੀਕ ਹੈ। ਤਾਂ ਜਿਵੇਂ ਕਿ ਇਹਦੇ ਵਿੱਚ ਡਾਕਟਰ ਨੇ ਕੀ ਕਿਹਾ ਵੀ ਜਿਹੜਾ ਲਾਸਟ ਰਿਪਰੈਜ਼ੈਂਟੇਟਿਵ ਆਇਆ ਸੀ ਪਿਛਲੀ ਕੰਪਨੀ ਦਾ, ਉਹਨੇ ਮੈਨੂੰ ਫਲੋਰਿਡਾ ਦਾ ਟ੍ਰਿਪ ਆਫਰ ਕੀਤਾ ਸੀ। ਇਹ ਪੈਸੇਜ ਆਪਣਾ ਹੋ ਗਿਆ ਅਤੇ ਆਪਾਂ ਨੂੰ ਕਹਾਣੀ ਸਮਝ ਆ ਚੁੱਕੀ ਆ ਵੀ ਕਾਹਦੇ ਬਾਰੇ ਆ, ਹੈ ਨਾ। ਹੁਣ ਆਪਾਂ ਉਹ ਜਿਹੜੇ ਪੈਸੇਜ ਕਰਨੇ ਆ, ਉਹ ਪੈਰਾਗ੍ਰਾਫ ਕਰਨੇ ਆ ਜਿਨ੍ਹਾਂ ਦੀ ਲੈਂਥ ਛੋਟੀ ਹੋਵੇ। ਬੀ ਦੀ ਲੈਂਥ ਕੋਈ ਬਹੁਤੀ ਵੱਡੀ ਨਹੀਂ ਹੈਗੀ, ਬੀ ਕਰ ਲੈਂਦੇ ਹੈਗੇ। ਕਹਿੰਦਾ ਵਟ ਵਾਜ਼ ਐਨ ਆਫਰ ਦੈਟ ਡੇ ਵਾਜ਼ ਅ ਪੇਅਰ ਆਫ ਟਿਕਟਸ ਫਾਰ ਅ ਨਿਊਯਾਰਕ, ਇਹਦੇ ਮਤਲਬ ਕਿ ਉਹ ਕਹਿੰਦਾ ਥੋੜ੍ਹਾ ਜਿਹਾ ਵੇਟ ਕਰਿਓ। ਕਹਿੰਦਾ ਵਟ ਵਾਜ਼ ਔਨ ਆਫਰ ਦੈਟ ਡੇ, ਕਹਿੰਦਾ ਉਹ ਦਿਨ ਆਫਰ ਕੀ ਸੀ, ਉਹਦੇ ਕੋਲ ਇੱਕ ਪੇਅਰ ਆਫ ਟਿਕਟਸ ਸੀ, 2 ਟਿਕਟਾਂ ਸੀ ਨਿਊਯਾਰਕ ਦੀਆਂ ਮਿਊਜ਼ੀਕਲ ਦੀਆਂ, ਅਤੇ ਬਟ ਔਨ ਐਨੀ ਗਿਵਨ ਡੇ, ਪਰ ਕਹਿੰਦਾ ਵੀ ਇੱਕ ਖਾਸ ਦਿਨ ਦੇ ਲਈ ਸੀ, ਹੈ ਨਾ। ਬਟ ਸਕੈਫਰ ਕੈਨ ਆਫਰ ਇਜ਼ ਟਿਪੀਕਲ ਫਾਰ 2 days ਡਰੱਗ ਰੈਪ, ਇਹ ਕਾਰ ਟਰੰਕ ਫੁੱਲ ਆਫ ਪ੍ਰਮੋਸ਼ਨਲ ਗਿਫਟ, ਇਹ ਦੱਸ ਰਹੇ ਨੇ ਵੀ ਹੈ ਨਾ ਵੀ ਉਹਦੇ ਕੋਲੇ ਉਸ ਦਿਨ ਉਹਦੇ ਕੋਲੇ ਕੀ ਗਿਫਟ ਸੀ ਹੈ ਨਾ ਵੀ ਦੇਣ ਨੂੰ ਡਾਕਟਰ ਨੂੰ। ਇੱਕ ਕਾਰ ਟਰੰਕ ਸੀ ਕਹਿੰਦਾ, ਫੁੱਲ ਆਫ ਪ੍ਰਮੋਸ਼ਨਲ ਗਿਫਟ ਸੀ, ਉਹਦੇ ਉੱਤੇ ਗੈਜਟ ਸੀ, ਕਹਿੰਦਾ ਇਹ ਬਜਟ ਦੈਟ ਕੁਡ ਬਾਈ, ਇੱਕ ਬਜਟ ਸੀ ਜਿਹੜਾ ਕਿ ਲੰਚਸ ਐਂਡ ਡਿਨਰਸ ਬਾਏ ਕਰ ਸਕਦਾ ਸੀ ਸਮਾਲ ਕੰਟਰੀ ਦੇ, ਹੈ ਨਾ। 100 ਆਫ ਫ੍ਰੀ ਡਰੱਗ ਸੈਂਪਲਸ ਐਂਡ ਦੀ ਫਰੀਡਮ ਟੂ ਗਿਵ ਅ ਫਿਜ਼ੀਸ਼ੀਅਨ $200 ਟੂ ਪ੍ਰਿਸਕ੍ਰਾਈਬ ਹਰ ਨਿਊ ਪ੍ਰੋਡਕਟ, ਦੇ ਨਾਲ ਉਹਦੇ ਕੋਲ ਆਜ਼ਾਦੀ ਸੀ, ਕਾਹਦੀ ਆਜ਼ਾਦੀ ਸੀ ਵੀ ਉਹ ਫਿਜ਼ੀਸ਼ੀਅਨ ਨੂੰ, ਡਾਕਟਰ ਨੂੰ $200 ਦੇ ਸਕਦੀ ਹੈਗੀ। $200 ਕਾਹਦੇ ਵਾਸਤੇ ਦੇ ਸਕਦੀ ਹੈਗੀ ਉਹ, ਵੀ ਉਹਦਾ ਜਿਹੜਾ ਨਿਊ ਪ੍ਰੋਡਕਟ ਹੈਗਾ ਉਹ ਆਪਦੇ ਜਿਹੜੇ ਕਿ ਨੈਕਸਟ 6 ਪੇਸ਼ੈਂਟ ਨੂੰ ਉਹ ਪ੍ਰਿਸਕ੍ਰਾਈਬ ਕਰੇ, ਹੈ ਨਾ, ਵੀ ਉਹਨੂੰ ਰਿਕਮੈਂਡ ਕਰੇ। ਕਹਿੰਦਾ ਹੂ ਫਿਟ ਦਾ ਡਰੱਗਸ ਪ੍ਰੋਫਾਈਲ, ਜਿਹੜਾ ਕਿ ਮਤਲਬ ਕਿ ਜਿਹਨੂੰ ਉਹਨਾਂ ਦੇ ਜਿਹੜਾ ਕਿ ਜਿਸ ਤਰੀਕੇ ਦੀ ਡਰੱਗ ਪ੍ਰੋਫਾਈਲ ਨੂੰ ਉਹ ਜਿਹੜਾ ਕਿ ਸਹੀ ਬੈਠਦੀ ਸੀ ਦਵਾਈ, ਵੀ ਉਹਨੂੰ ਰਿਕਮੈਂਡ ਕਰੇ 6 ਬੰਦਿਆਂ ਨੂੰ, ਹੈ ਨਾ, ਤਾਂ ਉਹਨੂੰ $200 ਦੇ ਸਕਦੀ ਸੀ। ਐਂਡ ਸੀ ਆਲਸੋ ਹੈਜ਼ ਅ few $1000 ਹੋਨੋਰੀਆ ਟੂ ਆਫਰ ਇਨ ਐਕਸਚੇਂਜ ਫਾਰ ਡਾਕਟਰਸ ਅਟੈਂਡੈਂਸ ਐਟ ਹਰ ਕੰਪਨੀ ਇਨ ਨੈਕਸਟ ਐਜੂਕੇਸ਼ਨਲ ਲੈਕਚਰ, ਕਹਿੰਦਾ ਉਹਦੇ ਕੋਲ $1000 ਇਹਦੇ ਵਾਸਤੇ ਸੀ ਜਿਹੜਾ ਡਾਕਟਰ ਆ ਉਹਨਾਂ ਦੀ ਜਿਹੜੀ ਕਿ ਅਟੈਂਡੈਂਸ ਉਹਨਾਂ ਦਾ ਜਿਹੜਾ ਐਜੂਕੇਸ਼ਨਲ ਲੈਕਚਰ ਆ ਉਹਨਾਂ ਦੀ ਕੰਪਨੀ ਦਾ, ਉਹਨੂੰ ਅਟੈਂਡ ਕਰੇ। ਜਾਣੀ ਕਿ ਇਸ ਦੇ ਵਿੱਚ ਉਹਨੇ ਕੀ ਦੱਸਿਆ ਵੀ ਜਿਹੜੇ ਕਿ ਕਿਹੜੇ ਉਹਦੇ ਕੋਲੇ ਗਿਫਟ ਪਏ ਸੀ, ਹੈ ਨਾ। ਜਿਹੜੀ ਆਪਣੀ ਕਿਮ ਸਕੈਫਰ ਆਈ ਸੀ ਲੇਡੀਜ਼ ਹੈਗੀ ਸੀ, ਉਹਦੇ ਕੋਲੇ ਗਿਫਟ ਕਿਹੜੇ ਸੀ ਡਾਕਟਰ ਨੂੰ ਦੇਣ ਦੇ ਲਈ। ਤਾਂ ਜਲਦੀ ਨਾਲ ਆਨਸਰ ਮੈਂ ਲੱਭਣ ਦੀ ਕੋਸ਼ਿਸ਼ ਕਰੂੰਗਾ, ਤਾਂ ਤੁਸੀਂ ਦੇਖੋ ਧਿਆਨ ਦੇ ਨਾਲ ਕਿਹੜਾ ਆਪਸ਼ਨ ਕੱਟ ਦੇਵਾਂ। ਇੱਕ ਆਪਸ਼ਨ ਤਾਂ ਕੱਟਣੀ ਹੀ ਪੈਣੀ ਹੈ, ਜਿਹੜੀ ਆਪਾਂ ਕਰ ਲਈ, 5ਵੀਂ ਕੱਟਣੀ ਪੈਣੀ ਆ। ਤਾਂ ਉਸ ਤੋਂ ਬਾਅਦ ਨੋਟ ਆਲ ਡਾਕਟਰ ਆਰ ਪਰਸੂਏਡਡ, ਕੋਈ ਗੱਲ ਨਹੀਂ। ਚੂਜਿੰਗ ਦਾ ਬੈਸਟ ਆਫਰ, ਦੱਸਿਆ ਉਹਨੂੰ ਵੀ ਉਹਦੇ ਕੋਲੇ ਕਿਹੜੇ ਆਫਰ ਨੇ, ਪਰ ਐਂ ਤਾਂ ਨਹੀਂ ਵੀ ਉਹਨੂੰ ਚੂਜ਼ ਕਰਨ ਦੀ ਆਪਸ਼ਨ ਤਾਂ ਨਹੀਂ ਦਿੱਤੀ ਗਈ ਹਜੇ ਡਾਕਟਰ ਨੂੰ।
ਹੂ ਇਜ਼ ਰਿਸਪੋਂਸੀਬਲ ਫਾਰ ਦਾ ਇਨਕਰੀਜ਼ ਇਨ ਪ੍ਰਮੋਸ਼ਨ, ਇਹ ਵੀ ਨਹੀਂ ਦੱਸਿਆ ਵੀ ਕੌਣ ਰਿਸਪੋਂਸੀਬਲ ਆ। ਫਾਈਟਿੰਗ ਦਾ ਡਰੱਗ ਕੰਪਨੀ, ਕੋਈ ਲੜਾਈ ਨਹੀਂ ਹੋਈ। ਕਹਿੰਦਾ ਗਿਫਟਸ ਇਨਕਲੂਡ ਫਾਈਨੈਂਸ਼ੀਅਲ ਇਨਸੈਂਟਿਵ, ਤਾਂ ਉਹਨੇ ਦੱਸਿਆ ਨਾ ਵੀ ਗਿਫਟ ਵੀ ਹੈਗੇ ਨੇ, ਫਾਈਨੈਂਸ਼ੀਅਲ ਇਨਸੈਂਟਿਵ ਜਾਣੀ ਕਿ $200 ਦੀ ਗੱਲ ਕੀਤੀ ਆ, 1000 ਦੀ ਗੱਲ ਕੀਤੀ ਆ, ਰੱਖ ਲਓ ਇਹਨੂੰ। ਰਿਸਰਚ ਸੋ ਦੈਟ ਪ੍ਰਮੋਸ਼ਨ ਵਰਕ ਨਹੀਂ ਦੱਸਿਆ ਹਜੇ। ਹਾਈ ਕਾਸਟ ਆਫ ਰਿਸਰਚ ਕੋਈ ਗੱਲ ਨਹੀਂ ਹੋਈ। ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ ਨਹੀਂ ਦੱਸਿਆ। ਅਤੇ ਹੂ ਰੀਅਲੀ ਪੇਜ਼ ਫॉर ਡਾਕਟਰ ਫ੍ਰੀ ਗਿਫਟ, ਅਸਲ ਦੇ ਵਿੱਚ ਕਹਿੰਦਾ ਫ੍ਰੀ ਗਿਫਟਾਂ ਦੇ ਲਈ ਪੇ ਕੌਣ ਕਰਦਾ, ਇਹਦੀ ਵੀ ਹਜੇ ਜਿਹੜੀ ਕਿ ਕੋਈ ਵੀ ਗੱਲ ਨਹੀਂ ਹੋਈ। ਤਾਂ ਇਹਦੇ ਕਰਕੇ ਆਪਣੇ ਕੋਲ ਇੱਕ ਹੀ ਬਚਿਆ ਸੇਮ ਆ, ਗਿਫਟ ਇਨਕਲੂਡ ਫਾਈਨੈਂਸ਼ੀਅਲ ਇਨਸੈਂਟਿਵ, ਤਾਂ ਤੁਹਾਡਾ ਇਹ ਵੀ ਕਲੀਅਰ ਹੋ ਗਿਆ। ਠੀਕ ਹੈ, ਤਾਂ ਉਸ ਤੋਂ ਬਾਅਦ ਜਿਵੇਂ ਕਿ ਆਪਣਾ ਮੇਨ ਰੂਲ ਇਹੀ ਹੁੰਦਾ ਵੀ ਆਪਾਂ ਉਹ ਕਰਨੇ ਆਗੇ ਜਿਨ੍ਹਾਂ ਦੀ ਲੈਂਥ ਛੋਟੀ ਹੋਵੇ। ਤਾਂ ਜਿਹੜਾ ਐਫ ਆਗਾ, ਐਫ ਦੀ ਲੈਂਥ ਥੋੜ੍ਹੀ ਜਿਹੀ ਛੋਟੀ ਆ, ਉਹ ਕਰ ਲੈਂਦੇ ਆ ਪਹਿਲਾਂ। ਕਹਿੰਦਾ ਵੀ ਐਫ ਪੜ੍ਹਨ ਦੀ ਕੋਸ਼ਿਸ਼ ਕਰਿਓ, ਨਾਲ ਹੀ ਚੱਲਿਓ ਮੇਰੇ। ਕਹਿੰਦਾ ਫ੍ਰੀ ਸੈਂਪਲ ਆਫ ਨਿਊ ਐਂਡ ਐਕਸਪੈਂਸਿਵ ਡਰੱਗਸ ਮਾਈਟ ਬੀ ਦਾ ਸਿੰਗਲ ਮੋਸਟ ਇਫੈਕਟਿਵ ਵੇ। ਕਹਿੰਦਾ ਜਿਹੜੇ ਫ੍ਰੀ ਸੈਂਪਲ ਹੁੰਦੇ ਨੇ, ਨਵੇਂ ਅਤੇ ਜਿਹੜੇ ਮਹਿੰਗੇ ਪ੍ਰੋਡਕਟ ਹੁੰਦੇ ਨੇ, ਡਰੱਗਸ ਹੁੰਦੇ ਨੇ, ਵੀ ਉਹ ਇੱਕ ਸਭ ਤੋਂ ਵਧੀਆ ਵੇ ਹੈਗਾ, ਇਫੈਕਟਿਵ ਵੇ ਆ ਆਫ ਗੈਟਿੰਗ ਡਾਕਟਰਸ ਐਂਡ ਪੇਸ਼ੈਂਟਸ। ਕਾਹਦੇ ਵਾਸਤੇ? ਟੂ ਬਿਕਮ ਲੋਇਲ ਟੂ ਪ੍ਰੋਡਕਟ, ਵੀ ਜਿਹੜੇ ਡਾਕਟਰ ਨੇ ਅਤੇ ਪੇਸ਼ੈਂਟ ਨੇ ਉਹ ਉਹਨਾਂ ਦੇ ਪ੍ਰੋਡਕਟ ਦੇ ਲੋਇਲ ਬਣ ਜਾਣ, ਵਧੀਆ ਕਸਟਮਰ ਬਣ ਜਾਣ, ਉਹਨਾਂ ਨੂੰ ਪ੍ਰੋਡਕਟ ਦੇ ਉੱਤੇ ਯਕੀਨ ਹੋ ਜਾਵੇ, ਹੈ ਨਾ, ਵੀ ਜਦੋਂ ਉਹ ਫ੍ਰੀ ਦੇ ਵਿੱਚ ਸੈਂਪਲ ਦਿੰਦੇ ਹੈਗੇ। ਥੋੜ੍ਹਾ ਜਿਹਾ ਵੇਟ। ਤਾਂ ਐਫ ਕੀ ਆ? ਕਹਿੰਦਾ ਫ੍ਰੀ ਸੈਂਪਲ ਆਫ ਨਿਊ ਐਂਡ ਐਕਸਪੈਂਸਿਵ ਡਰੱਗ ਮਾਈਟ ਬੀ ਦਾ ਸਿੰਗਲ ਮੋਸਟ ਇਫੈਕਟਿਵ ਵੇ ਆਫ ਗੈਟਿੰਗ ਡਾਕਟਰ ਐਂਡ ਪੇਸ਼ੈਂਟ ਟੂ ਬਿਕਮ ਲੋਇਲ ਟੂ ਪ੍ਰੋਡਕਟ। ਜਿਹੜੇ ਫ੍ਰੀ ਸੈਂਪਲ ਹੁੰਦੇ ਨੇ ਕੰਪਨੀਆਂ ਦੇ ਕੋਲੇ, ਨਿਊ ਅਤੇ ਐਕਸਪੈਂਸਿਵ ਡਰੱਗ ਦੇ, ਨਵੀਆਂ ਅਤੇ ਮਹਿੰਗੀਆਂ ਡਰੱਗਸ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦਾ ਇੱਕ ਸਿੰਗਲ ਵਧੀਆ ਤਰੀਕਾ ਕੀ ਹੋ ਸਕਦਾ? ਕਹਿੰਦਾ ਵੀ ਉਹ ਫ੍ਰੀ ਦੇ ਵਿੱਚ ਦੇ ਦੇਣ ਕਿਹਨਾਂ ਨੂੰ? ਡਾਕਟਰਾਂ ਨੂੰ ਅਤੇ ਪੇਸ਼ੈਂਟਸ ਨੂੰ, ਤਾਂ ਕਿ ਜਿਹੜੇ ਕਸਟਮਰ, ਜਿਹੜੇ ਡਾਕਟਰ ਨੇ, ਪੇਸ਼ੈਂਟ ਨੇ, ਉਹਨਾਂ ਨੂੰ ਐਂ ਹੋ ਜਾਵੇ ਇਹ ਪ੍ਰੋਡਕਟ ਵਧੀਆ, ਉਹ ਉਹਦੇ ਲੋਇਲ ਬਣ ਜਾਣ। ਠੀਕ ਹੈ, ਕਹਿੰਦਾ ਸੇਲਸ ਪੀਪਲ ਹੈਂਡ ਆਊਟ $100 ਵਰਥ ਆਫ ਸੈਂਪਲ। ਜਿਹੜੇ ਸੇਲ ਪਰਸਨ ਹੁੰਦੇ ਨੇ, ਜਿਹੜੇ ਸੇਲਸ ਕਰਦੇ ਆ ਕੰਪਨੀ ਦੀ, ਉਹ ਕਹਿੰਦਾ $100 ਦੇ ਜਿਹੜੇ ਕਿ ਸੈਂਪਲ ਨੇ ਉਹ ਫ੍ਰੀ ਦੇ ਵਿੱਚ ਦਿੰਦੇ ਹੈਗੇ ਈਚ ਵੀਕ, ਹਰ ਇੱਕ ਵੀਕ, ਹੈ ਨਾ, ਹਰ ਇੱਕ ਵੀਕ। ਕਹਿੰਦਾ $7.2 ਬਿਲੀਅਨ ਵਰਥ ਹੁੰਦੀ ਹੈ ਇਹਦੀ, ਸੌਰੀ ਵੀਕ ਦੇ ਵਿੱਚ ਕਿੰਨੀ ਵਰਥ ਆ? $100 ਅਤੇ $7.2 ਬਿਲੀਅਨ ਵਰਥ ਆਫ ਦੈਮ ਇਨ 1 ਈਅਰ। ਇੱਕ ਸਾਲ ਦੇ ਵਿੱਚ ਵਰਥ ਕਿੰਨੀ ਹੋ ਜੂ? ਕਹਿੰਦਾ ਆਲਮੋਸਟ 72 ਬਿਲੀਅਨ ਜਿਹੜੇ ਡਾਲਰ ਨੇ, ਹੈ ਨਾ, 72 ਨਹੀਂ, 72 ਹੋ ਗਿਆ ਨਾ। ਥੋ ਫਿਊ ਕੰਪਰੀਹੈਂਸਿਵ ਸਟੱਡੀਜ਼ ਹੈਵ ਬੀਨ ਕੰਡਕਟਡ। ਕਹਿੰਦਾ ਜਿਹੜੀਆਂ ਕੰਪਰੀਹੈਂਸਿਵ ਸਟੱਡੀ ਜਿਹੜੀਆਂ ਕੰਡਕਟ ਕੀਤੀਆਂ ਗਈਆਂ ਨੇ, ਕਹਿੰਦਾ ਵਨ ਬਾਏ ਦਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਇਨਵੈਸਟੀਗੇਟਡ ਹਾਊ ਡਰੱਗ ਸੈਂਪਲ। ਅੱਗੇ ਪੜ੍ਹਦੇ ਹਾਂ ਤਾਂ ਇੱਥੇ ਇਹਦੀ ਪੰਜਾਬੀ ਕੀ ਆ ਜਾਊਗੀ ਵੀ ਜਿਹੜੀਆਂ ਕੁਝ ਕੁ ਸਟੱਡੀਆਂ ਜਿਹੜੀਆਂ ਕੰਡਕਟਡ ਕੀਤੀਆਂ ਗਈਆਂ ਨੇ, ਉਹਨਾਂ ਵਿੱਚੋਂ ਇੱਕ ਸਟੱਡੀ ਵਾਸ਼ਿੰਗਟਨ ਦੀ ਇੱਕ ਯੂਨੀਵਰਸਿਟੀ ਨੇ ਇਨਵੈਸਟੀਗੇਟ ਕੀਤੀ ਆ ਵੀ ਹਾਊ ਡਰੱਗ ਸੈਂਪਲ ਅਵੇਲੇਬਿਲਟੀ ਅਫੈਕਟ ਬਟ ਫਿਜ਼ੀਸ਼ੀਅਨ ਪ੍ਰਿਸਕ੍ਰਾਈਬ। ਕਹਿੰਦਾ ਜਿਹੜੇ ਡਰੱਗ ਦੇ ਸੈਂਪਲ ਹੁੰਦੇ ਆ ਉਹਨਾਂ ਦੀ ਅਵੇਲੇਬਿਲਟੀ, ਕਹਿੰਦਾ ਕਿੱਦਾਂ ਉਹ ਇਫੈਕਟ ਕਰਦੀ ਹੈਗੀ ਡਾਕਟਰ ਨੂੰ, ਫਿਜ਼ੀਸ਼ੀਅਨ ਨੂੰ, ਵੀ ਕਿਹੜੀ ਚੀਜ਼ ਉਹ ਪ੍ਰਿਸਕ੍ਰਾਈਬ ਕਰ ਰਿਹਾ, ਜਾਣੀ ਕਿ ਕਿਹੜੀ ਚੀਜ਼ ਉਹ ਲਿਖ ਕੇ ਦੇ ਰਿਹਾ ਆਪਣੇ ਪੇਸ਼ੈਂਟ ਨੂੰ, ਹੈ ਨਾ। ਕਹਿੰਦਾ ਇਹ ਟੋਟਲ ਆਫ 131 ਡਾਕਟਰ ਸੀ ਜਿਹੜੇ ਕਹਿੰਦਾ ਸੈਲਫ ਰਿਪੋਰਟਡ ਦੇਅਰ ਪ੍ਰਿਸਕ੍ਰਾਈਬਿੰਗ ਪੈਟਰਨਸ। ਤਾਂ ਉਹਨਾਂ ਨੇ ਜਿਹੜੇ ਕਿ ਆਪਣੀਆਂ ਜਿਹੜੀ ਪ੍ਰਿਸਕ੍ਰਾਈਬਿੰਗ ਪੈਟਰਨ ਸੀ ਉਹ ਦੱਸੇ। ਕਹਿੰਦਾ ਦੀ ਕਨਕਲੂਜਨ ਵਾਸ ਦੈਟ, ਉਹਦਾ ਰਿਜ਼ਲਟ ਕੀ ਸੀ? ਅਵੇਲੇਬਿਲਟੀ ਆਫ ਸੈਂਪਲ ਲੈਡ ਦੈਮ, ਜੇ ਉਹਨਾਂ ਕੋਲ ਅਵੇਲੇਬਿਲਟੀ ਸੈਂਪਲ ਦੀ ਹੈਗੀ ਤਾਂ ਉਹਦੇ ਨਾਲ ਕੀ ਹੋਊਗਾ? ਕਹਿੰਦਾ ਟੂ ਡਿਸਪੈਂਸ ਐਂਡ ਪ੍ਰਿਸਕ੍ਰਾਈਬ ਡਰੱਗ ਦੈਟ ਡਿਫਰਡ ਫਰੋਮ ਦੇਅਰ ਪ੍ਰੈਫਰਡ ਡਰੱਗ ਚੁਆਇਸ। ਕਹਿੰਦਾ ਵੀ ਕਈ ਵਾਰ ਉਹ ਡਰੱਗ ਵੀ ਉਹ ਲਿਖ ਦਿੰਦੇ ਜਿਹੜੇ ਕਿ ਮਤਲਬ ਕਿ ਉਹਨਾਂ ਕੋਲ ਅਵੇਲੇਬਲ ਨੇ, ਉਹ ਲਿਖ ਦਿੰਦੇ ਹੈਗੇ ਐਜ਼ ਕੰਪੇਅਰ ਟੂ ਲਿਖਣੇ ਕਿਹੜੇ ਸੀ? ਜਿਹੜੇ ਉਹਨਾਂ ਨੂੰ ਲੱਗਦੇ ਸੀ ਹਾਂ ਉਹ ਵਧੀਆ ਨੇ, ਦੈਟ ਜਿਹੜੇ ਕਿ ਉਹ ਚੀਜ਼, ਉਹ ਦਵਾਈ ਤੋਂ, ਉਹ ਡਰੱਗ ਤੋਂ ਅਲੱਗ ਸੀ ਜਿਹੜੇ ਉਹਨਾਂ ਦੀ ਚੁਆਇਸ ਸੀ, ਹੈ ਨਾ, ਜਿਵੇਂ ਲਿਖਿਆ ਹੋਇਆ ਨਾ ਦੈਟ ਡਿਫਰਡ ਫਰੋਮ ਦੇਅਰ ਪ੍ਰੈਫਰਡ ਡਰੱਗ ਚੁਆਇਸ। ਤਾਂ ਉਹਨਾਂ ਦੀ ਜਿਹੜੀ ਪ੍ਰੈਫਰ ਟਾਈਪ ਸੀ ਉਹ ਤੋਂ ਡਿਫਰ ਸੀ, ਪਰ ਉਹਨਾਂ ਕੋਲ ਸੈਂਪਲ ਹੀ ਹੈਗੇ ਸੀ, ਜਿਹਦੇ ਸੈਂਪਲ ਹੈਗੇ ਸੀ ਉਹਨਾਂ ਨੇ ਫਿਰ ਉਹ ਲਿਖਤੀ, ਹੈ ਨਾ। ਤਾਂ ਇਹ ਗੱਲ ਆ ਗਈ ਆਪਣੀ। ਹੁਣ ਆਪਾਂ ਆਪਸ਼ਨਾਂ ਦੇ ਵਿੱਚ ਇਹਦਾ ਆਨਸਰ ਲੱਭਣਾ, ਇਹ ਐਫ ਪੈਰਾਗ੍ਰਾਫ ਆ, ਹੈ ਨਾ। ਤਾਂ ਸਭ ਤੋਂ ਪਹਿਲਾਂ ਆਪਾਂ 5ਵਾਂ ਅਤੇ 6ਵਾਂ ਨੂੰ ਕੱਟ ਦਾਂਗੇ ਕਿਉਂਕਿ ਇਹ ਆਪਾਂ ਕਰ ਚੁੱਕੇ ਆਂਗੇ। 5ਵਾਂ ਹੋ ਗਿਆ, 6ਵਾਂ ਹੋ ਗਿਆ। ਤਾਂ ਪਹਿਲਾ ਕੀ ਆ? ਕਹਿੰਦਾ ਨੋਟ ਆਲ ਡਾਕਟਰਸ ਆਰ ਪਰਸੂਏਡਡ, ਕੋਈ ਗੱਲ ਨਹੀਂ ਹੋਈ। ਚੂਜਿੰਗ ਦਾ ਬੈਸਟ ਆਫਰ, ਕੋਈ ਆਫਰ ਨਹੀਂ ਚੂਜ਼ ਕੀਤਾ। ਹੂ ਇਜ਼ ਰਿਸਪੋਂਸੀਬਲ, ਦੱਸਿਆ ਨਹੀਂ ਹਜੇ ਵੀ ਕੌਣ ਰਿਸਪੋਂਸੀਬਲ ਹੁੰਦਾ ਹੈਗਾ। ਫਾਈਟਿੰਗ ਦਾ ਡਰੱਗ ਕੰਪਨੀ ਦੀ ਲੜਾਈ ਹਜੇ ਨਹੀਂ ਹੋਈ। ਉਸ ਤੋਂ ਬਾਅਦ 7ਵਾਂ ਕੀ ਹੈਗਾ? ਰਿਸਰਚ ਸੋ ਦੈਟ ਪ੍ਰਮੋਸ਼ਨ ਵਰਕ। ਕਹਿੰਦਾ ਰਿਸਰਚ ਕੀ ਸ਼ੋਅ ਕਰਦੀ ਆ? ਵੀ ਪ੍ਰਮੋਸ਼ਨ ਵਰਕ ਕਰਦੀ ਆ। ਇਹਨੂੰ ਰੱਖ ਲਓ, ਮੈਂ ਤੁਹਾਨੂੰ ਸਮਝਾਊਂਗਾ ਬਾਅਦ ਦੇ ਵਿੱਚ। ਦੀ ਹਾਈ ਕਾਸਟ ਆਫ ਰਿਸਰਚ ਦੀ ਹਾਈ ਕਾਸਟ ਦੀ ਗੱਲ ਨਹੀਂ ਹੋਈ। ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ ਦੀ ਇਹਨਾਂ ਨੇ ਹਜੇ ਕੋਈ ਵੀ ਆਪਾਂ ਨੂੰ ਜਿਹੜੀ ਕਿ ਪੋਜ਼ੀਟਿਵ ਸਾਈਡ ਆ ਉਹ ਨਹੀਂ ਦੱਸੀ, ਹੈ ਨਾ। ਤਾਂ ਉਸ ਤੋਂ ਬਾਅਦ ਕੀ ਆ? ਹੂ ਰੀਅਲੀ ਪੇਜ਼ ਫਾਰ ਡਾਕਟਰ ਫ੍ਰੀ ਗਿਫਟ। ਡਾਕਟਰ ਦੇ ਜਿਹੜੇ ਫ੍ਰੀ ਗਿਫਟ ਹੁੰਦੇ ਆ ਉਹਨਾਂ ਲਈ ਰੀਅਲੀ ਕੌਣ ਪੇ ਕਰਦਾ? ਅਸਲ ਦੇ ਵਿੱਚ ਨਹੀਂ ਗੱਲ ਹੋਈ।
ਤਾਂ ਇੱਕ ਆਪਸ਼ਨ ਬਚੀ ਆ, ਉਹ ਕਿਹੜੀ ਆ, 7ਵਾਂ ਰਿਸਰਚ ਸੋ ਦੈਟ ਪ੍ਰਮੋਸ਼ਨ ਵਰਕ। ਤਾਂ ਰਿਸਰਚ ਉਹੀ ਸੀ, ਉਹ ਵੀ ਇੱਕ ਰਿਸਰਚ ਸ਼ੋ ਕੀਤੀ ਸੀ, ਵਾਸ਼ਿੰਗਟਨ ਯੂਨੀਵਰਸਿਟੀ ਨੇ ਉਹ ਇਨਵੈਸਟੀਗੇਟਡ ਕੀਤੀ ਸੀ, ਉਹ ਇੱਕ ਰਿਸਰਚ ਹੋ ਗਈ, ਉੱਥੋਂ ਡਾਟਾ ਮਿਲ ਗਿਆ। ਉਸ ਤੋਂ ਬਾਅਦ ਪ੍ਰਮੋਸ਼ਨ ਵਰਕ, ਕਿਉਂਕਿ ਉਹਨਾਂ ਨੇ ਕਿਹਾ ਵੀ ਜਦੋਂ ਉਹਨੂੰ ਉਹ ਫ੍ਰੀ ਸੈਂਪਲ ਦੇ ਕੇ ਆਉਂਦੇ ਹੈਗੇ ਤਾਂ ਡਾਕਟਰ ਨੂੰ ਫਿਰ ਉਹ ਸੈਂਪਲ ਲਿਖਣੇ ਪੈਂਦੇ ਆ ਵੀ ਜਿਹੜੇ ਉਹਦੇ ਕੋਲ ਅਵੇਲੇਬਲ ਹੁੰਦੇ ਆ। ਅਤੇ ਇਹ ਤੋਂ ਪਤਾ ਲੱਗਦਾ ਜਿਹੜੀ ਪ੍ਰਮੋਸ਼ਨ ਟੈਕਨੀਕ ਨੇ, ਫ੍ਰੀ ਦੇ ਵਿੱਚ ਸੈਂਪਲ ਦੇਣ ਵਾਲੀ ਪ੍ਰਮੋਸ਼ਨ ਟੈਕਨੀਕ ਆ, ਇਹ ਐਕਚੁਅਲ ਦੇ ਵਿੱਚ ਵਰਕ ਕਰਦੀ ਆ। ਤਾਂ ਇਹਦੇ ਕਰਕੇ ਆਪਣਾ ਐਫ ਦਾ ਆ ਗਿਆ 7ਵਾਂ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜੀ ਕਿ ਲਿਸਟ ਆਫ ਹੈਡਿੰਗ ਹੋ ਰਿਹਾ, ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਡੀਪ ਜਾ ਕੇ ਪੜ੍ਹਿਆ ਕਰੋ, ਤਾਂ ਹੋਣਗੇ ਲਿਸਟ ਆਫ ਹੈਡਿੰਗ। ਇਹ ਸੋਚਦੇ ਹੋ ਵੀ ਉੱਤੋਂ ਉੱਤੋਂ ਹੋ ਜਾਣਗੇ, ਫਿਰ ਨਹੀਂ ਇਹ ਹੋਣੇ। ਜੀ ਪੜਾਂਗੇ, ਜੀ ਦੀ ਲੈਂਥ ਛੋਟੀ ਆ। ਦੀ ਬੋਟਮ ਲਾਈਨ ਇਜ਼ ਦੈਟ, ਕਹਿੰਦਾ ਸਭ ਤੋਂ ਨੀਚੇ ਵਾਲੀ ਲਾਈਨ ਕੀ ਆ, ਕਹਿੰਦਾ ਜਿਹੜੀ ਫਾਰਮਾਸਿਊਟੀਕਲ ਕੰਪਨੀਆਂ ਹੁੰਦੀਆਂ ਐਜ਼ ਅ ਹੋਲ ਇਨਵੈਸਟ ਮੋਰ ਇਨ ਮਾਰਕੀਟਿੰਗ, ਕਹਿੰਦਾ ਬਹੁਤ ਜ਼ਿਆਦਾ ਉਹ ਇਨਵੈਸਟ ਕਰਦੇ ਆ ਮਾਰਕੀਟਿੰਗ ਦੇ ਵਿੱਚ ਦੈਨ ਦੇ ਡੂ ਇਨ ਰਿਸਰਚ ਐਂਡ ਡਿਵੈਲਪਮੈਂਟ। ਕਹਿੰਦਾ ਰਿਸਰਚ ਅਤੇ ਡਿਵੈਲਪਮੈਂਟ ਦੇ ਨਾਲੋਂ ਤਾਂ ਉਹ ਮਾਰਕੀਟਿੰਗ ਦੇ ਉੱਤੇ ਜ਼ਿਆਦਾ ਇਨਵੈਸਟ ਕਰਦੇ ਆ ਪੈਸਾ, ਹੈ ਨਾ। ਕਹਿੰਦਾ ਐਂਡ ਪੇਸ਼ੈਂਟਸ ਆਰ ਦਾ ਵਨਸ, ਕਹਿੰਦਾ ਪੇਸ਼ੈਂਟਸ ਉਹ ਨੇ who pay in the form of skyrocketing prescription prices for every pen that's handed out। ਕਹਿੰਦਾ ਜਿਹੜੇ ਪੇਸ਼ੈਂਟ ਉਹ ਬੰਦੇ ਨੇ ਜਿਹੜੇ ਐਕਚੁਅਲ ਦੇ ਵਿੱਚ ਇਹ ਜਿਹੜੀਆਂ ਸਕਾਈ ਰੋਕੇਟਿੰਗ ਜਿਹੜੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਉਹਨਾਂ ਨੂੰ ਜਿਹਦੇ ਲੰਬੇ ਲੰਬੇ ਪ੍ਰਾਈਸ ਹੁੰਦੇ ਹੈਗੇ ਦਵਾਈਆਂ ਦੇ, ਕਹਿੰਦਾ ਐਕਚੁਅਲ ਦੇ ਵਿੱਚ ਉਹ ਜਿਹੜੇ ਕਿ ਪੇਸ਼ੈਂਟ ਨੇ ਉਹੀ ਪੇ ਕਰਦੇ ਆ। ਵੀ ਜਿਹੜਾ ਡਾਕਟਰ ਦੇ ਹੱਥ ਦੇ ਵਿੱਚ ਪੈਨ ਹੁੰਦਾ ਨਾ, ਕਿਉਂਕਿ ਕਈ ਵਾਰ ਕੁਝ ਕੰਪਨੀਆਂ ਆਪਦੀ ਪੈਨ ਦਿੰਦੀਆਂ ਹੁੰਦੀਆਂ ਨੇ ਡਾਕਟਰਾਂ ਨੂੰ, ਆਹ ਸਾਡੀ ਕੰਪਨੀ ਦਾ ਨਾਂ ਲਿਖਿਆ ਉੱਤੇ ਜੀ, ਆਹ ਪੈਨ ਦੇ ਨਾਲ ਤੁਸੀਂ ਉਹ ਦਵਾਈਆਂ ਲਿਖਿਆ ਕਰਨੀਆਂ ਨੇ, ਹੈ ਨਾ। ਕਹਿੰਦਾ ਐਕਚੁਅਲ ਦੇ ਵਿੱਚ ਉਹਦੀ ਮਨੀ ਕੌਣ ਪੇ ਕਰਦਾ ਗਾ, ਕਹਿੰਦਾ ਪੇਸ਼ੈਂਟ ਹੀ ਕਰਦੇ ਆ। ਅੱਗੇ ਲਿਖਿਆ ਹੋਇਆ ਐਵਰੀ ਫ੍ਰੀ ਥੀਏਟਰ ਟਿਕਟ ਜਿਹੜੀ ਡਾਕਟਰਾਂ ਨੂੰ ਮਿਲਦੀ ਆ ਉਹਦੇ ਲਈ ਵੀ ਪੇਸ਼ੈਂਟ ਪੇ ਕਰਦਾ। ਐਂਡ ਐਵਰੀ ਸਟੀਕ ਡਿਨਰ, ਜਿਹੜਾ ਡਿਨਰ ਕਰਕੇ ਆਉਂਦੇ ਆ ਉਹ ਈਟ ਕਰਦੇ ਆ, ਉਹਦੇ ਲਈ ਵੀ ਉਹੀ ਕਰਦਾ ਜਿਹੜਾ ਆਪਣਾ ਐਕਚੁਅਲ ਪੇਸ਼ੈਂਟ ਹੁੰਦਾ, ਕਿਉਂਕਿ ਪੇਸ਼ੈਂਟ ਨਹੀਂ ਫਿਰ ਪੈਸਾ ਦੇਣਾ ਗਾ, ਪੇਸ਼ੈਂਟ ਤੋਂ ਹੀ। ਦੇਖੋ ਕਹਾਣੀ ਇੱਦਾਂ ਗੀ, ਹੁਣ ਜਦੋਂ ਡਾਕਟਰ ਨਹੀਂ ਲਿਖਤਾ ਵੀ ਭਾਈ ਤੈਂ ਆਹ ਦਵਾਈ ਲੈਣੀ ਆ, ਹੁਣ ਜਿਹੜਾ ਆਪਣਾ ਪੇਸ਼ੈਂਟ ਆ ਉਹਨੂੰ ਤਾਂ ਲੈਣੀ ਪੈਣੀ ਆ, ਚਾਹੇ ਉਹ ਜਿੰਨੀ ਮਰਜ਼ੀ ਸਸਤੀ ਹੋਵੇ, ਜਿੰਨੀ ਚਾਹੀ ਮਹਿੰਗੀ ਹੋਵੇ। ਹੁਣ ਜਿਹੜਾ ਵਿਚਾਰੇ ਪੇਸ਼ੈਂਟ ਨੂੰ ਕੀ ਪਤਾ ਵੀ ਡਾਕਟਰ ਦਾ ਕੰਪਨੀ ਤੋਂ ਪੈਸੇ ਲਈ ਫਿਰਦਾ, ਹੈ ਨਾ, ਵੀ ਐਕਚੁਅਲ ਦੇ ਵਿੱਚ ਤਾਂ ਇੰਨਾ ਪ੍ਰਾਈਸ ਹੈ ਹੀ ਨਹੀਂ ਸੀ, ਪਰ ਇਹ ਪੈਸਾ ਕੰਪਨੀ ਨੇ ਡਾਕਟਰਾਂ ਨੂੰ ਦਿੱਤਾ, ਉਹ ਫਿਰ ਕੰਪਨੀਆਂ ਆਪਣੇ ਤੋਂ ਹੀ ਕੱਢ ਰਹੀਆਂ ਨੇ, ਹੈ ਨਾ। ਡਾਕਟਰਾਂ ਦਾ ਵੀ ਫਾਇਦਾ, ਕੰਪਨੀਆਂ ਦਾ ਵੀ ਫਾਇਦਾ, ਬੰਦਾ ਪਿਸ ਕਿਹੜਾ ਗਿਆ, ਪੇਸ਼ੈਂਟ ਫਿਸ ਗਿਆ, ਹੈ ਨਾ। ਕਹਿੰਦਾ ਇਨ ਦਾ ਐਂਡ ਦੀ ਫੈਕਟ ਰਿਮੇਨ ਦੈਟ, ਕਹਿੰਦਾ ਐਂਡ ਦੇ ਵਿੱਚ ਕੀ ਗੱਲ ਰਹਿ ਜਾਂਦੀ ਆ, ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਨੇ ਹੈਵ ਐਵਰੀ ਰਾਈਟ, ਕਹਿੰਦਾ ਉਹਨਾਂ ਕੋਲ ਹਰ ਇੱਕ ਰਾਈਟ ਆ, ਅਧਿਕਾਰ ਆ ਟੂ ਮੇਕ ਅ ਪ੍ਰੋਫਿਟ ਬਣਾਉਣ ਦੇ ਲਈ, ਹੈ ਨਾ। ਐਂਡ ਵਿਲ ਕੰਟੀਨਿਊ ਟੂ ਫਾਈਂਡ ਨਿਊ ਵੇਜ਼ ਟੂ ਇਨਕਰੀਜ਼ ਸੇਲ, ਤਾਂ ਉਹ ਜਿਹੜਾ ਕਹਿੰਦਾ ਵੀ ਆਉਣ ਵਾਲੇ ਸਮੇਂ ਵਿੱਚ ਵੀ ਉਹ ਕੰਟੀਨਿਊ ਆਹੀ ਕੁਝ ਕਰਦੇ ਰਹਿਣਗੇ, ਨਵੇਂ ਤਰੀਕੇ ਲੱਭਦੇ ਰਹਿਣਗੇ ਆਪਣੀਆਂ ਸੇਲਸ ਨੂੰ ਇਨਕਰੀਜ਼ ਕਰਨ ਦੇ ਲਈ। ਕਹਿੰਦਾ ਬਟ ਐਜ਼ ਦਾ ਮੈਡੀਕਲ ਵਰਲਡ ਕੰਟੀਨਿਊਜ਼ ਟੂ ਗ੍ਰੈਪਲ ਵਿਦ ਵਟਸ ਅਸੈਪਟੇਬਲ ਐਂਡ ਵਟਸ ਨਾਟ, ਕਹਿੰਦਾ ਇਟ ਇਜ਼ ਕਲੀਅਰ ਦੈਟ ਕੰਪਨੀ ਮਸਟ ਕੰਟੀਨਿਊ ਟੂ ਹੈਵਲੀ। ਤਾਂ ਆਪਣਾ ਮੈਨੂੰ ਲੱਗਦਾ ਵੀ ਆਂਸਰ ਆਪਾਂ ਨੂੰ ਮਿਲ ਚੁੱਕਿਆ, ਆਪਾਂ ਅੱਗੇ ਨਾ ਪੜ੍ਹੀਏ ਕਿਉਂਕਿ ਅੱਗੇ ਥੋੜ੍ਹਾ ਜਿਹਾ ਉਲਝਾਵਾਂ ਜਿਹਾ ਕੰਮ ਕੀਤਾ ਹੋਇਆ, ਆਪਾਂ ਉਲਝ ਜਾਣਾ। ਤਾਂ ਜਿਹੜੇ ਕਿ 5ਵਾਂ 6ਵਾਂ 7ਵਾਂ ਆਪਣਾ ਹੋ ਗਿਆ, ਹੈ ਨਾ। 5ਵਾਂ ਲੱਭ ਲਿਆ ਇੱਕ, 6ਵਾਂ ਹੋ ਗਿਆ, 7ਵਾਂ ਹੋ ਗਿਆ, ਹੈ ਨਾ। ਤਾਂ ਹੁਣ ਆਪਾਂ ਕਰਨਾ ਕਿਹੜਾ ਗਾ, ਹੁਣ ਦੇਖੋ ਮਾੜਾ ਕੁ, ਨੋਟ ਆਲ ਡਾਕਟਰ ਆ ਪਰਸਿਊਡਡ, ਕੋਈ ਗੱਲ ਨਹੀਂ ਹੋਈ। ਚੂਜਿੰਗ ਦਾ ਬੈਸਟ ਆਫਰ, ਹਜੇ ਨਹੀਂ ਗੱਲ ਹੋਈ। ਹੂ ਇਜ਼ ਰਿਸਪੋਂਸੀਬਲ ਫਾਰ ਦਾ ਇਨਕਰੀਜ਼ ਇਨ ਪ੍ਰਮੋਸ਼ਨ, ਕੁਐਸਚਨ ਮਾਰਕ ਲੱਗਿਆ ਹੋਇਆ, ਕੋਈ ਗੱਲ ਨਹੀਂ ਹੋਈ। ਫਾਈਟਿੰਗ ਦਾ ਡਰੱਗ ਕੰਪਨੀ ਫਾਈਟ ਕਰ ਰਹੀਆਂ ਨੇ, ਨਹੀਂ ਜੀ। ਦੀ ਹਾਈ ਕਾਸਟ ਆਫ ਰਿਸਰਚ, ਉਹ ਤਾਂ ਐਂ ਕਹਿ ਰਿਹਾ ਸੀ, ਕਹਿੰਦਾ ਮਾਰਕੀਟਿੰਗ ਉੱਤੇ ਪਤੰਦਰ ਜ਼ਿਆਦਾ ਪੈਸਾ ਸਪੈਂਡ ਕਰ ਦਿੰਦੇ ਆ ਰਿਸਰਚ ਦੇ ਨਾਲੋਂ, ਇਹ ਵੀ ਨਹੀਂ, ਹਾਈ ਕਾਸਟ ਰਿਸਰਚ ਨਹੀਂ ਕਿਹਾ। ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ, ਨਹੀਂ। 10ਵਾਂ ਬਚ ਗਿਆ, ਕਹਿੰਦਾ ਹੂ ਰੀਅਲੀ ਪੇ ਫਾਰ ਡਾਕਟਰਸ ਫ੍ਰੀ ਗਿਫਟ, ਲਓ ਜੀ ਦੱਸਤਾ। ਕਹਿੰਦਾ ਵੀ ਅਸਲ ਦੇ ਵਿੱਚ ਡਾਕਟਰਾਂ ਦੇ ਫ੍ਰੀ ਗਿਫਟ ਦੇ ਲਈ ਕੌਣ ਪੇ ਕਰਦਾ, ਤਾਂ ਅਸਲ ਦੇ ਵਿੱਚ ਕੌਣ ਪੇ ਕਰਦਾ, ਪੇਸ਼ੈਂਟ ਪੇ ਕਰਦੇ ਨੇ, ਹੈ ਨਾ। ਤਾਂ ਇਹਦਾ ਆ ਗਿਆ ਜੀ, ਠੀਕ ਹੈ। ਇਹ ਵੀ ਹੋ ਗਏ। ਰਹਿ ਕਿਹੜੇ ਗਿਆ ਸੀ, ਇੱਕ ਰਹਿ ਗਿਆ ਸੀ ਆਪਣਾ ਭਾਈ, ਤੁਹਾਡਾ ਭਲਾ ਹੋ ਜੇ, ਸੀ ਡੀ ਤੇ ਈ ਰਹਿ ਗਏ, ਠੀਕ ਹੈ। ਸੀ ਦੀ ਲੈਂਥ ਠੀਕ ਹੀ ਹੈ, ਸੀ ਪੜ੍ਹ ਲੈਂਦੇ ਹਾਂ। ਕਹਿੰਦਾ ਸੈਲਿੰਗ ਫਾਰਮਾਸਿਊਟੀਕਲਸ ਇਜ਼ ਅ ਡੇਲੀ ਐਕਸਰਸਾਈਜ਼ ਇਨ ਐਥੀਕਲ ਜਜਮੈਂਟ, ਕਹਿੰਦਾ ਇੱਕ ਡੇਲੀ ਐਕਸਰਸਾਈਜ਼ ਆ। ਕਹਿੰਦਾ ਸੇਲਸ ਪੀਪਲ ਲਾਈਕ ਸਕੈਫਰ ਵਾਕ ਦਾ ਲਾਈਨ, ਕਹਿੰਦਾ ਜਿਹੜੀ ਸੇਲਸ ਪੀਪਲ ਨੇ ਆ, ਜਿਹੜੀ ਸਕੈਫਰ ਲੇਡੀ ਸੀ, ਵਾਕ ਦਾ ਲਾਈਨ ਬਿਟਵੀਨ ਦਾ ਕਾਮਨ ਪ੍ਰੈਕਟਿਸ ਆਫ ਬਾਇੰਗ ਅ ਪ੍ਰੋਸਪੈਕਟਸ ਟਾਈਮ, ਤਾਂ ਮਤਲਬ ਕਿ ਇਹ ਤੁਰਦੇ ਫਿਰਦੇ ਰਹਿੰਦੇ ਆ ਵੀ ਕਾਮਨ ਪ੍ਰੈਕਟਿਸ ਇਹਨਾਂ ਦੇ ਲਈ, ਇੱਕ ਮਤਲਬ ਕਿ ਡੇਲੀ ਦਾ ਕੰਮ ਆਗਾ ਕੀ ਕਰਨਾ ਗਾ, ਬਾਇੰਗ ਦਾ ਪ੍ਰੋਸਪੈਕਟ ਟਾਈਮ, ਯਾਨੀ ਕਿ ਉਹ ਡਾਕਟਰ ਦਾ ਟਾਈਮ ਲੈ ਸਕਣ ਕਿਸੇ ਤਰੀਕੇ ਨਾਲ, ਵੀ ਦਾ ਫ੍ਰੀ ਮੀਲ, ਵੀ ਉਹਨੂੰ ਆਫਰ ਕਰਕੇ ਵੀ ਆ ਤੈਨੂੰ ਮੈਂ ਫ੍ਰੀ ਦੇ ਵਿੱਚ ਖਾਣਾ ਖਵਾਉਣੀ ਆ, ਵੀ ਉਹ ਮਤਲਬ ਕਿ ਕਿਸੇ ਤਰੀਕੇ ਉਹਨਾਂ ਨੇ ਟਾਈਮ ਲੈਣਾ ਹੁੰਦਾ ਡਾਕਟਰ ਤੋਂ, ਹੈ ਨਾ। ਐਂਡ ਬਰਾਈਬਿੰਗ ਡਾਕਟਰਸ ਟੂ ਪ੍ਰਿਸਕ੍ਰਾਈਬ ਦੇਅਰ ਡਰੱਗਸ, ਤਾਂ ਉਸ ਤੋਂ ਬਾਅਦ ਡਾਕਟਰ ਨੂੰ ਇਹ ਕਹਿਣਾ ਗਾ ਵੀ ਤੁਸੀਂ ਸਾਡੇ ਡਰੱਗਸ ਨੂੰ ਪ੍ਰਿਸਕ੍ਰਾਈਬ ਕਰੋ, ਲੋਕਾਂ ਨੂੰ ਲਿਖ ਕੇ ਦੇਵੋ, ਹੈ ਨਾ, ਵੀ ਸਾਡੀ ਦਵਾਈਆਂ ਯੂਜ਼ ਕਰਨ। ਦੇ ਵਰਕ ਇਨ ਐਨ ਇੰਡਸਟਰੀ ਹਾਈਲੀ ਕ੍ਰਿਟੀਸਾਈਜ਼ ਫਾਰ ਇਟ ਸੇਲ, ਕਹਿੰਦਾ ਵੀ ਉਹ ਇਸ ਤਰੀਕੇ ਦੀ ਇੰਡਸਟਰੀ ਵਿੱਚ ਕੰਮ ਕਰਦੇ ਆ ਜਿਹਨੂੰ ਸੇਲ ਦੇ ਵਿੱਚ ਕਾਫੀ ਕ੍ਰਿਟੀਸਾਈਜ਼ ਕੀਤਾ ਜਾਂਦਾ ਨਾ, ਵੀ ਇਹਨਾਂ ਦੇ ਜਿਹੜੀ ਮਾਰਕੀਟਿੰਗ ਦੇ ਵੇ ਨੇ, ਮਾਰਕੀਟਿੰਗ ਪ੍ਰੈਕਟਿਸ ਨੇ, ਇਹਨਾਂ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਜਾਂਦਾ ਵੀ ਇਹ ਗਲਤ ਜਿਹੇ ਤਰੀਕਿਆਂ ਦੀ ਯੂਜ਼ ਕਰਦੇ ਆ, ਹੈ ਨਾ। ਕਹਿੰਦਾ ਬਟ ਫਾਈਂਡ, ਇੱਥੇ ਪੜ੍ਹ ਲਓ ਆਪਦਾ ਧਿਆਨ ਦੇ ਨਾਲ ਹੀ ਚੱਲੀ ਜਾਇਆ ਕਰੋ ਕਿਉਂਕਿ ਮੇਰਾ ਧਿਆਨ ਇੱਧਰ ਹੁੰਦਾ।
ਇੱਥੇ ਪੜ੍ਹ ਰਿਹਾ ਕਹਿੰਦਾ ਬਟ ਫਾਈਂਡ ਦੈਮਸੈਲਵਸ ਇਨ ਦ ਮਿਡਲ ਆਫ ਦ ਏਜ ਓਲਡ ਚਿਕਨ ਔਰ ਐਗ ਕੁਐਸਚਨ। ਅੱਗੇ ਪੜ੍ਹੋ ਬਿਜ਼ਨਸ ਵੁੱਡ ਨਾਟ ਯੂਜ਼ ਸਟਰੈਟੇਜੀ, ਕਹਿੰਦਾ ਜਿਹੜੇ ਬਿਜ਼ਨਸ ਨੇ ਵੁੱਡ ਨਾਟ ਯੂਜ਼ ਸਟਰੈਟਜੀਜ਼ ਦੈਟ ਡੂ ਨਾਟ ਵਰਕ, ਕਹਿੰਦਾ ਉਹ ਸਟਰੈਟਜੀ ਨੂੰ ਯੂਜ਼ ਨਹੀਂ ਕਰਨਗੇ ਜਿਹੜੀਆਂ ਕੰਮ ਨਹੀਂ ਕਰਦੀਆਂ ਹੈ ਨਾ। ਸੋ ਆਰ ਡਾਕਟਰਸ ਟੂ ਬਲੇਮ ਫਾਰ ਦਾ ਐਸਕਲੇਟਿੰਗ ਅੱਗੇ ਕੀ ਲਿਖਿਆ ਹੋਇਆ ਐਕਸਟਰਬਗੈਂਸ ਆਫ ਫਾਰਮਾਸਿਊਟੀਕਲ ਮਾਰਕੀਟਿੰਗ। ਇਹਨਾਂ ਨੇ ਡਾਕਟਰਾਂ ਨੂੰ ਬਲੇਮ ਕਰਤਾ। ਇਹ ਕਹਿੰਦੇ ਜਿਹੜੇ ਕਿ ਹੈਗੇ ਨੇ ਬਿਜ਼ਨਸ ਨੇ ਉਹਨਾਂ ਨੇ ਤਾਂ ਮਤਲਬ ਕਿ ਉਹ ਸਟਰੈਟਜੀਆਂ ਯੂਜ਼ ਕਰਨੀਆਂ ਨੇ ਜਿਹੜੀਆਂ ਉਹਨਾਂ ਦੀ ਸੇਲ ਨੂੰ ਇਨਕਰੀਜ਼ ਕਰਨਗੀਆਂ। ਹੁਣ ਜਿਹੜਾ ਆਹ ਮਤਲਬ ਕਿ ਆਹ ਜਿਹੜੀ ਟੈਕਨੀਕ ਆ ਡਾਕਟਰਾਂ ਨੂੰ ਪੈਸੇ ਖਵਾਉਣੇ, ਡਾਕਟਰਾਂ ਨੂੰ ਗਿਫਟ ਦੇਣੇ, ਆਹ ਜਿਹੜੀ ਟੈਕਨੀਕ ਆ ਜੇ ਉਹਨਾਂ ਦੇ ਲਈ ਹੈਲਪਫੁਲ ਕਰ ਰਹੀ ਹੈ ਕਹਿੰਦਾ ਉਹ ਤਾਂ ਸਹੀ ਨੇ, ਚਲੋ ਉਹ ਤਾਂ ਆਪਦੇ ਵੱਲੋਂ ਸਹੀ ਨੇ, ਪਰ ਕਹਿੰਦਾ ਡਾਕਟਰ ਨੂੰ ਬਲੇਮ ਕੀਤਾ ਗਿਆ। ਕਹਿੰਦਾ ਡਾਕਟਰ ਅਸਲੀ ਕਹਾਣੀ ਨੇ ਜਿੱਥੋਂ ਕੰਮ ਵੱਧਦਾ ਹੈ। ਕਹਿੰਦਾ ਔਰ ਇਜ਼ ਇਟ ਦਾ ਇੰਡਸਟਰੀ ਰਿਸਪੋਂਸੀਬਿਲਿਟੀ ਟੂ ਡਿਸਾਈਡ ਦਾ ਬਾਉਂਡਰੀਜ਼, ਕਹਿੰਦਾ ਇੰਡਸਟਰੀ ਨੂੰ ਵੀ ਆਪਦੀ ਜਿਹੜੀ ਬਾਉਂਡਰੀ ਆ ਉਹ ਡਿਸਾਈਡ ਕਰਨੀ ਪਊਗੀ। ਆ ਗਈ ਕਹਾਣੀ ਸਮਝ? ਮੈਨੂੰ ਲੱਗਦਾ ਵੀ ਤੁਹਾਨੂੰ ਥੋੜਾ ਆਨਸਰ ਆ, ਮੈਂ ਤੁਹਾਨੂੰ ਲੱਭ ਕੇ ਦਿਖਾਉਣਾ। ਤਾਂ ਹੁਣ ਤੁਸੀਂ ਆਪਾਂ ਦੇਖੋ ਵੀ ਆਪਾਂ ਕੱਟਣਾ ਕਿਹੜਾ ਕਿਹੜਾ ਗਾ। ਇੱਕ ਤਾਂ ਆਪਾਂ 10ਵਾਂ ਹੁਣੀ ਲੱਭ ਕੇ ਆਏ ਹਾਂ ਹੈ ਨਾ, ਉਸ ਤੋਂ ਬਾਅਦ 5ਵਾਂ ਕੱਟ ਦਿਓ, 6ਵਾਂ ਕੱਟ ਦਿਓ, 7ਵਾਂ ਕੱਟ ਦਿਓ। ਨਾਟ ਆਲ ਡਾਕਟਰਸ ਆਰ ਪਰਸੂਏਟਡ, ਕੋਈ ਗੱਲ ਨਹੀਂ ਹੋਈ। ਚੂਜ਼ਿੰਗ ਦਾ ਬੈਸਟ ਆਫਰ, ਕੋਈ ਗੱਲ ਨਹੀਂ ਹੋਈ। ਤਾਂ ਤੀਜਾ ਕੀ ਆ, ਕਹਿੰਦਾ ਹੂ ਇਜ਼ ਰਿਸਪੋਂਸੀਬਲ ਫਾਰ ਇਨਕਰੀਜ਼ਿੰਗ ਇਨ ਪ੍ਰਮੋਸ਼ਨ। ਇਹਦੇ ਉੱਤੇ ਤੁਹਾਨੂੰ ਡਾਊਟ ਕ੍ਰੀਏਟ ਹੁੰਦਾ ਤਾਂ ਰੱਖ ਲਓ, ਕਿਉਂਕਿ ਉਹਨਾਂ ਨੇ ਕਿਹਾ ਨਾ ਵੀ ਡਾਕਟਰ ਨੂੰ ਬਲੇਮ ਕੀਤਾ ਗਿਆ, ਵੀ ਜਿਹੜੀਆਂ ਕੰਪਨੀਜ਼ ਨੇ ਉਹ ਤਾਂ ਕਰਨੀਆਂ ਹੀ ਕਰਨਗੀਆਂ। ਕਹਿੰਦਾ ਫਾਈਟਿੰਗ ਦਾ ਡਰੱਗ ਕੰਪਨੀ ਹਜੇ ਲੜ ਨਹੀਂ ਰਹੀਆਂ। ਤਾਂ ਫਿਰ ਆਪਣੇ ਕੋਲ ਇੱਕੋ ਹੀ ਆਪਸ਼ਨ ਬਚੀ ਸੀ, ਉਹ ਕਿਹੜੀ ਸੀ? ਉਹ ਤੀਜੀ ਸੀ ਹੈ ਨਾ, ਵੀ ਹੂ ਇਜ਼ ਰਿਸਪੋਂਸੀਬਲ ਫਾਰ ਦਾ ਪ੍ਰਮੋਸ਼ਨ। ਤਾਂ ਜਿਹੜੇ ਡਾਕਟਰ ਹੀ ਨੇ ਉਹੀ ਨੇ ਜਿਹੜੇ ਰਿਸਪੋਂਸੀਬਲ ਨੇ ਮੇਨ। ਤਾਂ ਵੀ ਜੇ ਉਹੀ ਕੰਮ ਬੰਦ ਕਰ ਦੇਣ ਵੀ ਨਹੀਂ ਅਸੀਂ ਇਸ ਤਰੀਕੇ ਨਾਲ ਜਿਹੜੀ ਪ੍ਰਮੋਸ਼ਨਾਂ ਨਹੀਂ ਕਰਨੀ ਤਾਂ ਕੰਮ ਹੀ ਖੜ ਜਾਊਗਾ ਨਾ, ਵੀ ਤਾਂ ਜਿਹੜੀ ਕੰਪਨੀਜ਼ ਨੇ ਉਹ ਕੋਈ ਹੋਰ ਤਰੀਕਾ ਯੂਜ਼ ਕਰਨਗੀਆਂ। ਤਾਂ ਮੇਨ ਰਿਸਪੋਂਸੀਬਲ ਕੌਣ ਹੋ ਗਿਆ? ਹੋ ਗਏ ਡਾਕਟਰ। ਠੀਕ ਹੈ, ਆਹ ਗੱਲ ਹੋ ਗਈ, ਕਹਾਣੀ ਖਤਮ। ਅੱਗੇ ਮੂਵ ਕਰਦੇ ਹਾਂ, ਡੀ ਤੇ ਈ ਪੈਰਾਗ੍ਰਾਫ ਰਹਿ ਗਏ, ਪਹਿਲਾਂ ਈ ਕਰ ਲੈਂਦੇ ਹਾਂ। ਕਹਿੰਦਾ ਬਟ ਦਾ ਸੇਲ ਪੁਸ਼ ਰੇਅਰਲੀ ਸਟਾਪਸ ਇਨ ਦਾ ਆਫਿਸ, ਦੀ ਫਲੈਸੀ ਬਰਾਊਚਰ ਐਂਡ ਪੈਂਪਲੇਟਸ left by the sales representative are often followed up with meals at expensive restaurant। ਇੱਥੇ ਉਹ ਗੱਲ ਕਰ ਰਹੇ ਜਿਹੜੇ ਬਰਾਊਚਰ ਜੇ ਉਹ ਹੁੰਦੇ ਹੈਗੇ, ਉਹਨਾਂ ਦੇ ਪੈਂਪਲੇਟਸ ਹੁੰਦੇ ਹੈਗੇ ਜਿਹੜੇ ਕਿ ਸੇਲ ਰਿਪਰੈਜ਼ੈਂਟੇਟਿਵ ਜਦੋਂ ਮੀਟਿੰਗ ਕਰਦੇ ਆ ਰੈਸਟੋਰੈਂਟਾਂ ਵਿੱਚ, ਕਹਿੰਦਾ ਉੱਥੇ ਹੀ ਛੱਡ ਜਾਂਦੇ ਆ ਉਹ ਹੈ ਨਾ। ਕਹਿੰਦਾ ਮੀਟਿੰਗਸ ਇਨ ਅਨਵਾਇਰਮੈਂਟ ਸਨੀ ਪਲੇਸਿਸ ਐਂਡ ਐਨ ਇਨਅੰਡੇਸ਼ਨ ਆਫ ਪ੍ਰਮੋਸ਼ਨਲ ਗੈਜਟ। ਕਹਿੰਦਾ ਰੇਅਰਲੀ ਡੂ ਪੇਸ਼ੈਂਟਸ ਵਾਚ ਆ ਡਾਕਟਰ, ਕਹਿੰਦਾ ਕਈ ਵਾਰ ਜਿਹੜੇ ਪੇਸ਼ੈਂਟ ਸੀ ਉਹ ਡਾਕਟਰ ਨੂੰ ਵਾਚ ਕਰਦੇ ਆ। ਰਾਈਟ ਵਿਦ ਅ ਪੈਨ, ਉਸ ਪੈਨ ਦੇ ਨਾਲ ਲਿਖਦੇ ਹੋਏ ਨੂੰ। ਦੈਟ ਇਜ਼ ਨਾਟ ਇੰਬਲੈਜ਼ਨਡ ਵਿਦ ਅ ਡਰੱਗਸ ਨੇਮ ਔਰ ਸੀ ਅ ਨਰਸ। ਮਤਲਬ ਕਿ ਕਹਿੰਦਾ ਬਹੁਤ ਹੀ ਰੇਅਰ ਕੇਸਿਸ ਹੁੰਦੇ ਆ ਵੀ ਜਦੋਂ ਜਿਹੜੇ ਆਪਣੇ ਉਹ ਪੇਸ਼ੈਂਟ ਹੁੰਦੇ ਹੈਗੇ ਉਹ ਡਾਕਟਰ ਨੂੰ ਮਤਲਬ ਕਿ ਇਸ ਤਰੀਕੇ ਦਾ ਪੈਨ ਯੂਜ਼ ਕਰਦੇ ਹੋਏ ਦੇਖਦੇ ਹੈਗੇ ਵੀ ਜਿਹਦੇ ਉੱਤੇ ਕਿਸੇ ਵੀ ਕੰਪਨੀ ਦਾ, ਡਰੱਗ ਕੰਪਨੀ ਦਾ ਨਾਮ ਨਹੀਂ ਲਿਖਿਆ ਹੁੰਦਾ। ਕਹਿੰਦਾ ਵੀ ਮੋਸਟਲੀ ਲਿਖਿਆ ਹੁੰਦਾ। ਔਰ ਸੀ ਅ ਨਰਸ ਯੂਜ਼ ਅ ਟੈਬਲੇਟ ਨਾਟ ਵੇਅਰਿੰਗ ਅ ਫਾਰਮਾਸਿਊਟੀਕਲ ਕੰਪਨੀਜ਼ ਲੋਗੋ। ਤਾਂ ਜਿਹੜੀ ਟੈਬਲੇਟ ਜਿਹੜੀ ਨਰਸ ਯੂਜ਼ ਕਰਦੀਆਂ ਨੇ ਵੀ ਉਹ ਵੀ ਬਹੁਤ ਰੇਅਰ ਕੇਸਿਸ ਹੁੰਦਾ ਵੀ ਉਹਦੇ ਉੱਤੇ ਕਿਸੇ ਕੰਪਨੀ ਦਾ ਲੋਗੋ ਨਾ ਹੋਵੇ ਹੈ ਨਾ। ਕਹਿੰਦਾ ਮਿਲੀਅਨਸ ਆਫ ਡਾਲਰਸ ਆਰ ਸਪੈਂਟ ਬਾਈ ਫਾਰਮਾਸਿਊਟੀਕਲ ਕੰਪਨੀਜ਼ ਔਨ ਪ੍ਰਮੋਸ਼ਨਲ ਪ੍ਰੋਡਕਟ ਲਾਈਕ ਕਾਫੀ ਮਗਸ, ਸ਼ਰਟਸ, ਅੰਬਰੇਲਾ ਐਂਡ ਗੋਲਫ ਬਾਲਸ। ਕਹਿੰਦਾ ਬਹੁਤ ਜ਼ਿਆਦਾ ਪੈਸਾ ਸਪੈਂਡ ਕੀਤਾ ਜਾਂਦਾ ਕੰਪਨੀਜ਼ ਦੇ ਵੱਲੋਂ ਆਪਣੇ ਜਿਹੜੇ ਕਿ ਕਾਫੀ ਮਗ ਦੇ ਉੱਤੇ ਆਪਣਾ ਨਾਮ ਲਿਖ ਦਿੰਦੇ ਆ, ਸ਼ਰਟਾਂ ਉੱਤੇ, ਅੰਬਰੇਲਾ ਦੇ ਉੱਤੇ, ਗੋਲਫ ਬਾਲ ਦੇ ਉੱਤੇ ਹੈ ਨਾ। ਮਨੀ ਬਿਲ ਸਪੈਂਟ। ਕਹਿੰਦਾ ਇਟ ਇਜ਼ ਹਾਰਡ ਟੂ ਟੈਲ ਆਈ ਹੈਵ ਬੀਨ ਦਾ ਰੈਸੀਪੀਐਂਟ ਆਫ ਗੋਲ ਬਾਲਸ ਫਰੋਮ ਵਨ ਕੰਪਨੀ। ਇੱਥੇ ਕਿਸੇ ਬੰਦੇ ਦੀ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਵੀ ਮੈਂ ਰੈਸੀਪੀਐਂਟ ਸੀ ਕਿਸੇ ਗੋਲਫ ਬਾਲ ਦਾ ਇੱਕ ਕੰਪਨੀ ਦਾ, ਐਂਡ ਆਈ ਯੂਜ਼ ਦੈਮ, ਅਤੇ ਮੈਂ ਉਹ ਯੂਜ਼ ਕੀਤੇ। ਬਟ ਇਟ ਡਜ਼ ਨਾਟ ਮੇਕ ਮੀ ਪ੍ਰਿਸਕ੍ਰਾਈਬ ਦੇਅਰ ਮੈਡੀਸਿਨ। ਕਹਿੰਦਾ ਇਹਦਾ ਮਤਲਬ ਇਹ ਨਹੀਂ ਸੀ ਵੀ ਮੈਂ ਉਹਨਾਂ ਦੀ ਜਿਹੜੀ ਮੈਡੀਸਿਨ ਆ ਉਹ ਆਪਣੇ ਕਸਟਮਰਾਂ ਨੂੰ ਪ੍ਰਿਸਕ੍ਰਾਈਬ ਕਰਨ ਲੱਗ ਜਾਂ। ਸੇਜ ਵਨ ਡਾਕਟਰ, ਇੱਕ ਡਾਕਟਰ ਨੇ ਇਹ ਗੱਲ ਕਹੀ ਆ। ਕਹਿੰਦਾ ਆਈ ਟੈਂਡ ਟੂ ਥਿੰਕ ਆਈ ਐਮ ਨਾਟ ਇਨਫਲੂਐਂਸਡ ਬਾਏ ਵਟ ਦੇ ਗਿਵ ਮੀ। ਕਹਿੰਦਾ ਮੈਂ ਇਹਦੇ ਨਾਲ ਬਿਲਕੁਲ ਵੀ ਇਨਫਲੂਐਂਸ ਨਹੀਂ ਹੁੰਦਾ ਵੀ ਉਹ ਜਿਹੜੀ ਕੰਪਨੀਜ਼ ਨੇ ਮੈਨੂੰ ਕੀ ਦਿੰਦੀਆਂ ਨੇ। ਤਾਂ ਹੁਣ ਇਹ ਗੱਲਾਂ ਕਹਿਣੀਆਂ ਚਾਹੁੰਦਾ ਸੀ। ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਜਾ ਕੇ ਮੈਂ ਤੁਹਾਨੂੰ ਸਮਝਾਉਣਾਗਾ। ਤਾਂ ਪਹਿਲੀ ਆਪਸ਼ਨ ਤੁਸੀਂ ਦੇਖੋ, ਬਾਅਦ ਦੀਆਂ ਗੱਲਾਂ ਬਾਅਦ ਦੇ ਵਿੱਚ, ਨੋਟ ਆਲ ਡਾਕਟਰਸ ਆਰ ਪਰਸੂਏਟਡ। ਇਹੀ ਮੇਨ ਜਿਹੜਾ ਇਹਦਾ ਆਨਸਰ ਆ। ਜਿਹੜੇ ਸਾਰੇ ਡਾਕਟਰ ਨੇ ਉਹ ਪਰਸੂਏਟਡ ਨਹੀਂ ਹੁੰਦੇ, ਵੀ ਉਹ ਸਾਰੇ ਡਾਕਟਰ ਇਸ ਤਰੀਕੇ ਨਾਲ ਇਨਫਲੂਐਂਸ ਨਹੀਂ ਹੁੰਦੇ। ਉਹ ਰੀਲੀ ਫੇ ਪਰ ਡਾਕਟਰ ਫੀਸ ਇਹ ਹੋ ਗਿਆ। ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ ਨਹੀਂ ਦੱਸਿਆ। ਦੀ ਹਾਈ ਕਾਸਟ ਆਫ ਰਿਸਰਚ, ਕੋਈ ਗੱਲ ਨਹੀਂ। ਇੱਦਾਂ ਕਿਹਾ ਵੀ ਪ੍ਰਮੋਸ਼ਨ ਵਾਸਤੇ ਜ਼ਿਆਦਾ ਸਪੈਂਡ ਕਰਦੇ ਆ। ਰਿਸਰਚ ਸੋ ਦੈਟ ਪ੍ਰਮੋਸ਼ਨ ਵਰਕ, ਨਹੀਂ। ਆ ਵੀ ਕੱਟਿਆ ਗਿਆ। ਐਗਜ਼ਾਮਪਲ ਆਫ ਵਟ ਡਾਕਟਰ ਐਕਸਪੈਕਟ, ਨਹੀਂ। ਆ ਵੀ ਹੋ ਗਿਆ। ਫਾਈਟਿੰਗ ਦਾ ਡਰੱਗ ਕੰਪਨੀ, ਨਹੀਂ। ਆ ਹੋ ਗਿਆ। ਚੂਜ਼ਿੰਗ ਦਾ ਬੈਸਟ ਆਫ, ਜਾਨੀ ਬਚਿਆ ਕਿਹੜਾ? ਪਹਿਲੀ ਆਪਸ਼ਨ ਬਚੀ ਆ, ਇਹਦੇ ਕਰਕੇ ਇਹ ਆਪਣਾ ਆਨਸਰ ਆ ਗਿਆ। ਆ ਗਈ ਕਹਾਣੀ ਸਮਝ। ਤੇ ਹੁਣ ਆਪਣੇ ਕੋਲੇ ਜੇ ਆਪਾਂ ਕਹੀਏ, ਹੁਣ ਆਪਾਂ ਇੱਕ ਪੈਰਾਗ੍ਰਾਫ ਪੜ੍ਹਨਾ ਗਾ, ਤਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਕੋਲੇ ਕੱਟੀਆਂ ਗਈਆਂ ਉਹ ਦੱਸ ਦਿੰਦਾ ਵੀ ਆ ਵੀ ਕੱਟੀ ਗਈ। ਹਾਈ ਕਾਸਟ ਆਫ, ਆ ਵੀ ਕੱਟੇ ਗਏ 3 ਹੈ ਨਾ। ਉਸ ਤੋਂ ਬਾਅਦ ਆ ਵੀ ਹੋ ਗਿਆ, ਆ ਵੀ ਹੋ ਗਿਆ। ਬਚੇ ਕਿਹੜੇ? 3 ਬਚਿਆ। ਚੂਜ਼ਿੰਗ ਦਾ 4 ਹੋਣਗੇ। ਚੂਜ਼ਿੰਗ ਦਾ ਬੈਸਟ ਆਫਰ, ਫਾਈਟਿੰਗ ਦਾ ਡਰੱਗ ਕੰਪਨੀਜ਼, ਦੀ ਹਾਈ ਕਾਸਟ ਆਫ ਰਿਸਰਚ, ਰਿਸਰਚ ਦਾ ਹਾਈ ਕਾਸਟ, ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ, ਦੀ ਡਰੱਗ ਪ੍ਰਮੋਸ਼ਨ ਦੀ ਪੋਜ਼ੀਟਿਵ ਸਾਈਡ ਕਿਹੜੀ ਆ। ਠੀਕ ਹੈ, ਤਾਂ ਇੱਕ ਹੀ ਆਪਣੇ ਕੋਲੇ ਪੈਸੇਜ ਬਚਿਆ, ਉਹ ਪੜ੍ਹਦੇ ਆਂਗੇ ਡੀ ਪੈਸੇਜ ਦੀ।
The explosion in the sheer number of salespeople in the field and the amount of funding used to promote their causes forces close examination of the oppressors, influences and ਆਹੀ ਪੜ੍ਹ ਰਹੇ ਆ ਨਾ, ਆਹੀ ਰਹਿ ਗਿਆ। forces close examination of the pressures, influences and relationship between drug representative and doctors। ਜਿਹੜੇ ਸੇਲਸ ਪੀਪਲ ਨੇ ਪ੍ਰੋਵਾਈਡ ਮਚ ਨੀਡਡ ਇਨਫੋਰਮੇਸ਼ਨ, ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਐਂਡ ਐਜੂਕੇਸ਼ਨ ਫਿਜ਼ੀਸ਼ੀਅਨ ਨੂੰ ਪ੍ਰੋਵਾਈਡ ਕਰਵਾਉਂਦੇ ਆ। ਇਨ ਮੈਨੀ ਕੇਸਿਸ ਕਹਿੰਦਾ ਕਈ ਕੇਸਿਸ ਦੇ ਵਿੱਚ ਗਲੋਸੀ ਬਰਾਊਚਰਸ, ਆਰਟੀਕਲ, ਰੀਪ੍ਰਿੰਟਸ ਐਂਡ ਪ੍ਰਿਸਕ੍ਰਿਪਸ਼ਨਸ ਦੇ ਡਿਲੀਵਰ ਆਰ ਪ੍ਰਾਇਮਰੀ ਸੋਰਸਿਸ ਆਫ ਡਰੱਗ ਐਜੂਕੇਸ਼ਨ। ਕਹਿੰਦਾ ਕਈ ਵਾਰ ਜਿਹੜੀਆਂ ਇੰਪੋਰਟੈਂਟ ਜਿਹੜੇ ਬਰਾਊਚਰ ਲੈ ਕੇ ਆਉਂਦੇ ਹੁੰਦੇ ਆ, ਆਰਟੀਕਲ ਲੈ ਕੇ ਆਉਂਦੇ ਹੁੰਦੇ ਆ, ਪ੍ਰਿੰਟ ਕੀਤੇ ਹੋਏ ਪ੍ਰਿਸਕ੍ਰਿਪਸ਼ਨ ਲੈ ਕੇ ਆਉਂਦੇ ਹੁੰਦੇ ਆ ਡਾਕਟਰਾਂ ਕੋਲੇ, ਕਹਿੰਦਾ ਉਹ ਮੇਨ ਸੋਰਸ ਹੁੰਦਾ ਐਜੂਕੇਸ਼ਨ ਦਾ। ਕਿਹਨਾਂ ਦੇ ਲਈ? ਹੈਲਥ ਕੇਅਰ ਗਿਵਰ ਡਾਕਟਰਾਂ ਦੇ ਲਈ, ਹੈ ਨਾ। ਕਹਿੰਦਾ ਵਿਦ ਦੀ ਹਿਊਜ ਇਨਵੈਸਟਮੈਂਟ ਦੀ ਇੰਡਸਟਰੀ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਦੇ ਨਾਲ ਹੈਜ਼ ਪਲੇਸ ਫੇਸ ਟੂ ਫੇਸ ਸੈਲਿੰਗ ਇਨ ਫੇਸ ਟੂ ਫੇਸ ਸੈਲਿੰਗ ਸੇਲਸ ਪੀਪਲ ਹੈਵ ਇਸੈਂਸ਼ਲੀ ਬਿਕਮ ਸਪੈਸ਼ਲਿਸਟ। ਕਹਿੰਦਾ ਜਿਹੜੇ ਸੇਲਸ ਪੀਪਲ ਹੁੰਦੇ ਨੇ ਉਹ ਸਪੈਸ਼ਲਿਸਟ ਬਣ ਜਾਂਦੇ ਨੇ ਇਨ ਵਨ ਡਰੱਗ ਔਰ ਗਰੁੱਪ ਆਫ ਡਰੱਗ। ਇੱਕ ਡਰੱਗ ਦੇ ਉਹ ਸਪੈਸ਼ਲਿਸਟ ਬਣ ਜਾਂਦੇ ਨੇ, ਜਾਂ ਦੋ ਡਰੱਗ ਦੇ ਗਰੁੱਪ ਆਫ ਡਰੱਗ, ਯਾਨੀ ਕਿ ਕਈ ਡਰੱਗਸ ਜਿਹੜੀਆਂ ਦਵਾਈਆਂ ਹੁੰਦੇ ਨੇ ਉਹਦੇ ਉਸ ਜਿਹੜੇ ਆਪਣੀ ਜਿਹੜੀ ਮੈਡਮ ਵੀ ਆਈ ਸੀ ਪਹਿਲਾਂ ਸਕੈਫਰ ਸਕੂਫਰ ਵੀ, ਮਤਲਬ ਕਿ ਇਹ ਜਿਹੜੇ ਰਿਪ੍ਰੈਜੈਂਟੇਟਿਵ ਹੁੰਦੇ ਨੇ ਇਹ ਸਪੈਸ਼ਲਿਸਟ ਬਣ ਜਾਂਦੇ ਆ, ਇਹਨਾਂ ਨੂੰ ਵਧੀਆ ਨੌਲੇਜ ਆ ਜਾਂਦੀ ਆ, ਹੈ ਨਾ। ਕਹਿੰਦਾ ਇਹ ਟਰੀਮੈਂਡਸ ਐਡਵਾਂਟੇਜ ਇਨ ਗੈਟਿੰਗ ਦਾ ਅਟੈਂਸ਼ਨ ਆਫ ਬਿਜ਼ੀ ਡਾਕਟਰ। ਕਹਿੰਦਾ ਇਹ ਸਭ ਤੋਂ ਵਧੀਆ ਤਰੀਕਾ ਗਾ ਵੀ ਜਿਹੜੇ ਬਿਜ਼ੀ ਡਾਕਟਰ ਨੇ ਉਹਨਾਂ ਦੀ ਅਟੈਂਸ਼ਨ ਲਈ ਜਾ ਸਕੇ ਇਨ ਨੀਡ ਆਫ ਕੁਇਕ ਇਨਫੋਰਮੇਸ਼ਨ, ਠੀਕ ਹੈ। ਤਾਂ ਵੀ ਮਤਲਬ ਕਿ ਜਿਹੜੇ ਸੇਲਸ ਪੀਪਲ ਹੁੰਦੇ ਉਹਨਾਂ ਨੂੰ ਵੀ ਵਧੀਆ ਨੌਲੇਜ ਆ ਜਾਂਦੀ ਹੁੰਦੀ ਆ ਚੀਜ਼ ਦੇ ਬਾਰੇ। ਇਹਦੇ ਕਰਕੇ ਵੀ ਇਹ ਇੱਕ ਵਧੀਆ ਤਰੀਕਾ ਗਾ ਬਿਜ਼ੀ ਡਾਕਟਰ ਦਾ ਜਿਹੜਾ ਕਿ ਆਪਣਾ ਵੀ ਟਾਈਮ ਲੈ ਸਕਣ ਉਹ, ਹੈ ਨਾ। ਤਾਂ ਇਹ ਹੋ ਗਿਆ। ਹੁਣ ਆਪਣੇ ਕੋਲ ਜਿਹੜੀਆਂ 4 ਆਪਸ਼ਨਾਂ ਬਚੀਆਂ ਸੀ ਉਹਨਾਂ ਵਿੱਚੋਂ ਆਨਸਰ ਲੱਭਣਾ। ਤਾਂ ਜਿਹੜੀਆਂ ਕੱਟਣੀਆਂ ਨੇ ਉਹ ਮੈਂ ਜਲਦੀ ਦੇ ਨਾਲ ਕੱਟ ਦਿੰਦਾ। ਆਹ ਕੱਟੀ ਗਈ, ਆ ਵੀ ਕੱਟੀ ਗਈ। ਫਾਈਟਿੰਗ ਦਾ ਡਰੱਗ ਕੰਪਨੀਜ਼ ਨਹੀਂ, ਐਗਜ਼ਾਮਪਲ ਆਫ ਅ ਡਾਕਟਰ ਇਹ ਵੀ ਹੋ ਗਿਆ, 10ਵਾਂ ਹੋ ਗਿਆ। ਤਾਂ ਦੇਖੋ ਚੂਜ਼ਿੰਗ ਦਾ ਬੈਸਟ ਆਫਰ ਦੀ ਗੱਲ ਹੋਈ ਆ? ਮੈਨੂੰ ਨਹੀਂ ਲੱਗਦਾ ਹੋਈ, ਠੀਕ ਹੈ। ਫਾਈਟਿੰਗ ਦਾ ਡਰੱਗ ਕੰਪਨੀਆਂ ਲੜੀਆਂ ਹਜੇ ਤੱਕ ਨਹੀਂ ਹੈਗੀਆਂ। ਦੀ ਹਾਈ ਕਾਸਟ ਆਫ ਰਿਸਰਚ, ਕਿਤੇ ਵੀ ਉਹਨਾਂ ਨੇ ਆਹ ਗੱਲ ਕਹੀ ਆ ਵੀ ਰਿਸਰਚ ਦੇ ਉੱਤੇ ਉਹ ਬਹੁਤ ਜ਼ਿਆਦਾ ਪੈਸਾ ਸਪੈਂਡ ਕਰਦੇ ਆ। ਪਹਿਲੇ ਪੈਸੇ ਵਿੱਚ ਆਹੀ ਕਹਿ ਰਹੇ ਸੀ ਵੀ ਮਾਰਕੀਟਿੰਗ ਦੇ ਉੱਤੇ ਜ਼ਿਆਦਾ ਮਨੀ ਸਪੈਂਡ ਕਰਦੇ ਆ ਨਾ, ਜਾਣੀ ਕਿ ਇਹ ਵੀ ਕੱਟਿਆ ਗਿਆ, ਇਹਦੀ ਵੀ ਕੋਈ ਗੱਲ ਨਹੀਂ ਹੋਈ। ਇੱਕੋ ਹੀ ਬਚਿਆ ਦੀ ਪੋਜ਼ੀਟਿਵ ਸਾਈਡ ਆਫ ਡਰੱਗ ਪ੍ਰਮੋਸ਼ਨ। ਤਾਂ ਇਹੀ ਆਪਣਾ ਮੇਨ ਆਨਸਰ ਆਊਗਾ ਡੀ ਦਾ, ਵੀ ਪੋਜ਼ੀਟਿਵ ਕੀ ਨਿਕਲਦਾ ਵੀ ਉਹਨਾਂ ਦੇ ਜਿਹੜੇ ਸੇਲਸ ਪੀਪਲ ਨੇ ਉਹਨਾਂ ਨੂੰ ਥੋੜ੍ਹੀ ਮੋਟੀ ਨੌਲੇਜ ਆ ਜਾਂਦੀ ਆ। ਇਹ ਇੱਕ ਵਧੀਆ ਤਰੀਕਾ ਗਾ ਅਤੇ ਡਾਕਟਰਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਨਾ, ਜਿਹੜੀ ਮਚ ਨੀਡਡ ਇਨਫੋਰਮੇਸ਼ਨ ਹੁੰਦੀ ਹੈ ਇੱਦਾਂ ਪ੍ਰਮੋਸ਼ਨ ਦੇ ਨਾਲ। ਤਾਂ ਇਹ ਆਪਣੀ ਲਿਸਟ ਆਫ ਹੈਡਿੰਗ ਹੋ ਗਈ, ਹੈ ਨਾ। ਤਾਂ ਉਸ ਤੋਂ ਬਾਅਦ ਮੂਵ ਕਰਦੇ ਹਾਂ ਜੈਸ ਨੋ ਨੋਟ ਗਿਵਨ ਦੇ। ਹੁਣ ਤੁਹਾਨੂੰ ਪਤਾ ਲੱਗੂਗਾ ਵੀ ਬੈਨੀਫਿਟ ਕੀ ਹੈਗਾ ਲਿਸਟ ਆਫ ਹੈਡਿੰਗ ਪਹਿਲਾਂ ਕਰਨ ਦਾ। ਪਹਿਲਾ ਕੀ ਹੈਗਾ? ਕਹਿੰਦਾ ਸੇਲਸ ਰਿਪ੍ਰੈਜੈਂਟੇਟਿਵ ਲਾਈਕ ਕਿਮ ਸਕੈਫਰ ਵਰਕ ਟੂ ਅ ਵੈਰੀ ਲਿਮਟਿਡ ਬਜਟ। ਕਹਿੰਦਾ ਉਹਨਾਂ ਕੋਲ ਵੈਰੀ ਲਿਮਟਿਡ ਆ, ਇਕੱਲਾ ਲਿਮਟਿਡ ਨਹੀਂ ਹੈਗਾ, ਵੈਰੀ ਲਿਮਟਿਡ ਆ, ਜਾਣੀ ਕਿ ਬਹੁਤ ਹੀ ਲਿਮਟਿਡ ਬਜਟ ਹੁੰਦਾ ਉਹਨਾਂ ਕੋਲੇ, ਵੀ ਬਹੁਤ ਹੀ ਘੱਟ। ਤਾਂ ਇਹਦੀ ਲੋਕੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੱਥੇ। ਸਟਾਰਟਿੰਗ ਵਿੱਚ ਉਹਨੇ ਜਦੋਂ ਗਿਫਟਾਂ ਦੀ ਗੱਲ ਕੀਤੀ ਸੀ ਨਾ ਵੀ ਉਹਦੇ ਕੋਲੇ ਕੀ ਸੀ ਦੂਜੇ ਪੈਰੇ ਵਿੱਚ, ਤਾਂ ਤੁਸੀਂ ਆਹ ਪੜ੍ਹ ਕੇ ਦੇਖੋ ਇੱਥੇ ਮਾੜੇ ਕੁ। ਉਹਦੇ ਕੋਲੇ 2 ਟਿਕਟਾਂ ਪਈਆਂ ਸੀ ਨਿਊਯਾਰਕ ਦੀਆਂ, ਹੈ ਨਾਲ ਉਹਦੇ ਕੋਲੇ ਹੋਰ ਕੀ ਸੀ, ਉਹਦੇ ਕੋਲੇ ਹੈਗਾ ਸੀ ਕਾਰ ਟਰੰਕ ਭਰਿਆ ਪਿਆ ਸੀ ਉਹਦੇ ਕੋਲੇ ਫੁੱਲ ਆਫ, ਲਓ ਜੀ ਕਹਿੰਦਾ ਭਰਿਆ ਪਿਆ ਸੀ ਫੁੱਲ ਆਫ ਪ੍ਰਮੋਸ਼ਨਲ ਗਿਫਟ ਐਂਡ ਗੈਜਟਸ। ਇਹ ਬਜਟ ਦੈਟ ਕੁਡ ਬਾਈ ਲੰਚ ਬਾਏ ਕੀਤੇ ਜਾ ਸਕਦੇ ਸੀ, ਡਿਨਰ ਬਾਏ ਕੀਤੇ ਜਾ ਸਕਦੇ ਸੀ ਕਿਸੇ ਸਮਾਲ ਕੰਟਰੀ ਦੇ, ਹੈ ਨਾ। ਉਸ ਤੋਂ ਬਾਅਦ ਹੋਰ ਕੀ ਸੀ? ਫ੍ਰੀ ਡਰੱਗ ਸੈਂਪਲ ਪਏ ਸੀ ਅਤੇ ਫਰੀਡਮ ਵੀ ਹੈਗੀ ਸੀ $200 ਦੇਣ ਦੀ, ਨਾਲ ਦੀ ਨਾਲ 6 ਪੇਸ਼ੈਂਟ ਨੂੰ ਜੇ ਕਿ ਡਾਕਟਰ ਪ੍ਰਿਸਕ੍ਰਾਈਬ ਕਰੂਗਾ, ਨਾਲ ਦੀ ਨਾਲ $1000 ਦਾ ਜਿਹੜਾ ਕਿ ਹੋਰ ਵੀ ਕੋਈ ਚੀਜ਼ ਸੀ, ਹੈ ਨਾ, ਐਕਸਚੇਂਜ ਫॉर ਡਾਕਟਰ ਜੇ ਡਾਕਟਰ ਐਕਸਟੈਂਡ ਕਰੂਗਾ। ਲਿਮਟਿਡ ਇਹਨੂੰ ਕਹਿ ਸਕਦੇ ਆ, ਪਰ ਇਹ ਵੈਰੀ ਲਿਮਟਿਡ ਨਹੀਂ ਹੈਗਾ ਵੀ ਬਹੁਤ ਹੀ ਘੱਟ ਥੋੜ੍ਹਾ ਜਿਹਾ, ਹੈ ਨਾ। ਤਾਂ ਆਨਸਰ ਆਪਣਾ ਨੋ ਆ ਜਾਊਗਾ, ਕਿਉਂਕਿ ਜੇ ਉਹ ਕਹਿੰਦੇ ਵੀ ਲਿਮਟਿਡ ਸੀ, ਹਾਂ ਇਹ ਤਾਂ ਕਹਿ ਸਕਦੇ ਆ ਵੀ ਲਿਮਟਿਡ ਤਾਂ ਹੈਗਾ ਸੀ ਪਰ ਵੈਰੀ ਲਿਮਟਿਡ ਨਹੀਂ ਸੀ, ਬਹੁਤ ਹੀ ਜ਼ਿਆਦਾ ਘੱਟ ਨਹੀਂ ਹੈਗਾ ਸੀ, ਠੀਕ ਹੈ। ਤਾਂ ਇਹਦੇ ਕਰਕੇ ਆਪਣਾ ਆਨਸਰ ਨੋ ਆ ਜਾਊਗਾ ਪਹਿਲੇ ਤਾਂ। ਬਹੁਤ ਹੀ ਸੌਖੇ ਤਰੀਕੇ ਨਾਲ ਲੋਕੇਸ਼ਨ ਲੱਭੀ ਹੈ, ਤੁਸੀਂ ਦੇਖੋ, ਕਿਉਂਕਿ ਆਪਾਂ ਪੜ੍ਹ ਕੇ ਆਏ ਸੀ, ਆਪਾਂ ਪੂਰੀ ਟਰਾਂਸਲੇਸ਼ਨ ਕੀਤੀ ਹੋਈ ਆ ਹੁਣ। ਤਾਂ ਅਗਲਾ ਕੀ ਹੈਗਾ? ਕਹਿੰਦਾ ਕਿਮ ਸਕੈਫਰ ਮਾਰਕੀਟਿੰਗ ਟੈਕਨੀਕ ਮੇ ਵੀ ਓਪਨ ਟੂ ਕ੍ਰਿਟਿਸਿਜ਼ਮ ਔਨ ਮੋਰਲ ਗਰਾਊਂਡਸ। ਤਾਂ ਤੁਸੀਂ ਇਹ ਦੇਖੋ ਵੀ ਆਪਾਂ ਇੱਕ ਪਾਸੇ ਇਹ ਨਹੀਂ ਪੜ੍ਹਿਆ ਸੀ ਵੀ ਉਹ ਆਪਾਂ ਜੇ ਤਾਂ ਤੁਸੀਂ ਧਿਆਨ ਦੇ ਨਾਲ ਵੀਡੀਓ ਦੇਖੀ ਆ ਤਾਂ ਤੁਹਾਨੂੰ ਦੁਬਾਰਾ ਇੱਥੇ ਲੋਕੇਸ਼ਨਾਂ ਲੱਭਣ ਦੀ ਜ਼ਰੂਰਤ ਨਹੀਂ ਹੈਗੀ। ਕਹਿੰਦਾ ਕਿਮ ਸਕੈਫਰ ਮਾਰਕੀਟਿੰਗ ਟੈਕਨੀਕ ਮੇ ਵੀ ਓਪਨ ਟੂ ਕ੍ਰਿਟਿਸਿਜ਼ਮ ਔਨ ਮੋਰਲ ਗਰਾਊਂਡ, ਵੀ ਉਹਨਾਂ ਦੀ ਜਿਹੜਾ ਉਹ ਵੇ ਯੂਜ਼ ਕਰਦੇ ਆ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਇਹਦੀ ਲੋਕੇਸ਼ਨ ਵੈਸੇ ਜਿਹੜੇ ਤਾਂ ਧਿਆਨ ਨਾਲ ਵੀਡੀਓ ਦੇਖੀ ਆ ਉਹਨੂੰ ਤਾਂ ਪਤਾ ਹੀ ਵੀ ਹਾਂ ਵੀ ਇਹਦੀ ਗੱਲ ਹੋਈ ਆ, ਜਿਹੜੀਆਂ ਇਹ ਟੈਕਨੀਕਾਂ ਵਰਤਦੇ ਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਪਰ ਜਿਹੜੇ ਬੱਚਿਆਂ ਨੇ ਨਹੀਂ ਮਤਲਬ ਕਿ ਧਿਆਨ ਨਾਲ ਪੜ੍ਹਿਆ ਉਹਨਾਂ ਨੂੰ ਆਪਾਂ ਜਾ ਕੇ ਦਿਖਾਉਣੇ ਆਂਗੇ ਵੀ ਕਿੱਥੇ ਆ ਇਹਦੀ ਲੋਕੇਸ਼ਨ। ਤਾਂ ਤੁਸੀਂ ਦੇਖੋ ਧਿਆਨ ਨਾਲ ਜਾ ਕੇ। ਤਾਂ ਆਪਾਂ ਜਾਵਾਂਗੇ ਸੀ ਦੀ 3rd ਲਾਈਨ ਦੇ ਵਿੱਚ। ਆਹ ਲਿਖਿਆ ਹੋਇਆ ਇੱਥੇ
ਹਾਈਲੀ ਕ੍ਰਿਟੀਸਾਈਜ਼ਡ, ਕਹਿੰਦਾ ਦੇ ਵਰਕ ਇਨ ਐਨ ਇੰਡਸਟਰੀ, ਯਾਨੀ ਕਿ ਦੇ ਕੌਣ ਆ ਗਈ, ਜਿਹੜੀ ਆਪਣੀ ਉਹੀ ਆ ਮੈਡਮ ਹੀ ਆ, ਉਹੀ ਕੰਮ ਕਰ ਰਹੀ ਆ। ਦੇ ਵਰਕ ਇਨ ਇੰਡਸਟਰੀ ਹਾਈਲੀ ਕ੍ਰਿਟੀਸਾਈਜ਼ ਫਾਰ ਇਟ ਸੇਲ ਐਂਡ ਮਾਰਕੀਟਿੰਗ ਪ੍ਰੈਕਟਿਸਿਸ ਬਟ ਫਾਈਂਡ ਦੈਮਸੈਲਸ ਇਨ ਦ ਮਿਡਲ ਆਫ ਦ ਏਜ ਓਲਡ ਚਿਕਨ ਔਰ ਐਜ। ਮਤਲਬ ਕਿ ਆਹ ਚੀਜ਼ ਆਪਣਾ ਮੇਨ ਸੀ ਵੀ ਜਿਹੜੀ ਇੰਡਸਟਰੀ ਦੇ ਵਿੱਚ ਇਹ ਕੰਮ ਕਰ ਰਹੇ ਨੇ ਇਹ ਹਾਈਲੀ ਕ੍ਰਿਟੀਸਾਈਜ਼ ਆ, ਕਾਹਦੇ ਲਈ, ਇਹ ਜਿਹੜੀ ਮਾਰਕੀਟਿੰਗ ਦੇ ਮੈਥਡ ਯੂਜ਼ ਕਰਦੇ ਆ। ਤਾਂ ਇਸ ਕਰਕੇ ਜਿਹੜਾ ਆਨਸਰ ਆ ਉਹ ਜੈਸ ਆ ਜਾਊਗਾ। ਠੀਕ ਹੈ, ਤਾਂ ਦੇਖੋ ਵੀ ਜਿਹੜੇ ਬੱਚੇ ਨੇ ਧਿਆਨ ਨਾਲ ਲਿਸਟ ਆਫ ਹੈਡਿੰਗ ਕਰੇ ਉਹਨੂੰ ਤਾਂ ਫਿਰ ਮਤਲਬ ਕਿ ਇੱਥੇ ਲੋਕੇਸ਼ਨ ਲੱਭਣ ਦੀ ਜ਼ਰੂਰਤ ਵੀ ਨਹੀਂ ਹੈਗੀ, ਸਿੱਧਾ ਹੀ ਉਹ ਲੰਘ ਸਕਦਾ ਅੱਗੇ। ਦੀ ਇਨਫੋਰਮੇਸ਼ਨ ਪ੍ਰੋਵਾਈਡਡ ਬਾਈ ਡਰੱਗ ਕੰਪਨੀਜ਼ ਇਜ਼ ਦਾ ਲਿਟਲ ਯੂਜ਼ ਟੂ ਡਾਕਟਰ। ਤਾਂ ਇਹ ਕਹਿੰਦੇ ਜਿਹੜੀ ਇਨਫੋਰਮੇਸ਼ਨ ਉਹ ਡਰੱਗ ਕੰਪਨੀਜ਼ ਨੂੰ ਪ੍ਰੋਵਾਈਡ ਕਰਵਾਉਂਦੇ ਹੈਗੇ ਉਹ ਡਾਕਟਰ ਦੇ ਲਈ ਬਹੁਤ ਘੱਟ ਬੈਨੀਫੀਸ਼ੀਅਲ ਹੁੰਦੀ ਹੈ, ਪਰ ਜਿਹੜਾ ਆਪਾਂ ਡੀ ਦੇ ਵਿੱਚ ਹੁਣੀ ਕਰਕੇ ਆਏ ਹਾਂ, ਜਿਹੜੇ ਸੇਲਸ ਪੀਪਲ ਹੁੰਦੇ ਆ ਉਹ ਮੱਚ ਨੀਡਡ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੇ ਆ, ਹੈ ਨਾ। ਤਾਂ ਵੀਡੀਓ ਬੈਕ ਕਰਕੇ ਦੇਖ ਲਓ, ਜੇ ਮਤਲਬ ਕਿ ਲੋਕੇਸ਼ਨ ਵੀ ਦਿਖਾ ਦਿੰਦਾ ਗਾ। ਆਹ ਤੁਸੀਂ ਦੇਖੋ ਹੁਣ ਆਪਾਂ ਡੀ ਹੁਣੀ ਆਪਾਂ ਲਾਸਟ ਵਿੱਚ ਜਿਹੜਾ ਕਿਹੜਾ ਪੈਸੇਜ ਕੀਤਾ ਗਾ, ਡੀ ਵਿੱਚ ਕੀਤਾ। ਇੱਥੇ ਆਹ ਦੇਖੋ ਲਿਖਿਆ ਹੋਇਆ, ਇੱਥੇ ਮੱਚ ਨੀਡਡ ਲਿਖਿਆ ਹੋ ਕਿਸੇ ਪਾਸੇ, ਆਹ ਦੇਖੋ ਕਹਿੰਦਾ ਵੀ ਸੇਲਸ ਪੀਪਲ ਪ੍ਰੋਵਾਈਡ ਮੱਚ ਨੀਡਡ ਇਨਫੋਰਮੇਸ਼ਨ ਐਂਡ ਐਜੂਕੇਸ਼ਨ ਟੂ ਫਿਜੀਸ਼ੀਅਨ। ਫਿਜੀਸ਼ੀਅਨ ਕਿਹੜੇ ਹੋ ਗਏ, ਡਾਕਟਰ ਹੀ ਹੋ ਗਏ। ਆ ਗਈ ਕਹਾਣੀ ਸਮਝ। ਦੇਖੋ ਕਿੰਨੇ ਸੌਖੇ ਤਰੀਕੇ ਨਾਲ ਜਿਹੜੀਆਂ ਲੋਕੇਸ਼ਨ ਆਪਾਂ ਨੂੰ ਮਿਲ ਰਹੀਆਂ ਨੇ। ਇਹ ਫਾਇਦਾ ਹੁੰਦਾ ਲਿਸਟ ਆਫ ਹੈਡਿੰਗ ਨੂੰ ਪਹਿਲਾਂ ਕਰਨ ਦਾ। ਤਾਂ ਇਹਦੇ ਕਰਕੇ ਇਹਦਾ ਜਿਹੜਾ ਆਨਸਰ ਆ ਜਾਊਗਾ ਉਹ ਆ ਜਾਊਗਾ ਨੋ। ਠੀਕ ਹੈ, ਤਾਂ ਉਸ ਤੋਂ ਬਾਅਦ ਅਗਲਾ ਕੀ ਆ, ਐਵੀਡੈਂਸ ਆਫ ਡਰੱਗ ਪ੍ਰਮੋਸ਼ਨ ਇਜ਼ ਕਲੀਅਰਲੀ ਵਿਜ਼ੀਬਲ ਇਨ ਦਾ ਹੈਲਥ ਕੇਅਰ ਇਨਵਾਇਰਮੈਂਟ। ਕਹਿੰਦਾ ਜਿਹੜਾ ਐਵੀਡੈਂਸ ਹੁੰਦਾ ਗਾ ਡਰੱਗ ਪ੍ਰਮੋਸ਼ਨ ਦਾ ਇਜ਼ ਕਲੀਅਰਲੀ ਵਿਜ਼ੀਬਲ ਇਨ ਦਾ ਹੈਲਥ ਕੇਅਰ ਇਨਵਾਇਰਮੈਂਟ। ਤਾਂ ਇਹਦੇ ਵਿੱਚ ਜਿਹੜਾ ਕਿ ਡਰੱਗ ਪ੍ਰਮੋਸ਼ਨ ਦਾ ਇਹਦੀ ਕੋਈ ਵੀ ਐਗਜ਼ੈਕਟ ਲੋਕੇਸ਼ਨ ਤੁਹਾਨੂੰ ਨਹੀਂ ਮਿਲਣੀ ਜਦੋਂ ਤੱਕ ਮੈਨੂੰ ਪਤਾ ਹੈ। ਆਪਾਂ ਨੂੰ ਮਤਲਬ ਕਿ ਆਪ ਹੀ ਜੱਜ ਕਰਕੇ ਆਪਾਂ ਨੂੰ ਲਾਉਣਾ ਪਊਗਾ ਵੀ ਜਿਹੜਾ ਡਰੱਗ ਪ੍ਰਮੋਸ਼ਨ ਦਾ ਐਵੀਡੈਂਸ ਕਿਹੜਾ ਹੁੰਦਾ ਗਾ। ਜਿਹੜੇ ਵੀ ਉਹ ਮਤਲਬ ਕਿ ਆਪਣੇ ਪ੍ਰੋਡਕਟ ਦੇ ਉੱਤੇ ਜਿਵੇਂ ਕਿ ਉਹਨਾਂ ਨੇ ਮਤਲਬ ਕਿ ਕੌਫੀ ਦੇ ਕੱਪ ਦੇ ਉੱਤੇ ਪ੍ਰਮੋਸ਼ਨਾਂ ਕੀਤੀਆਂ ਸੀ, ਗੋਲਫ ਦੇ ਬਾਲ ਦੇ ਉੱਤੇ, ਡਾਕਟਰਾਂ ਦੀਆਂ ਪੈਨਾਂ ਦੇ ਉੱਤੇ ਪ੍ਰਮੋਸ਼ਨਾਂ ਕਰੀ ਫਿਰਦੇ ਸੀ, ਨਰਸਾਂ ਦੇ ਉੱਤੇ ਜਿਹੜੀ ਟੈਬਲੇਟ ਯੂਜ਼ ਕਰਦੇ ਉਹਦੇ ਉੱਤੇ ਪ੍ਰਮੋਸ਼ਨਾਂ ਕਰੀ ਫਿਰਦੇ ਸੀ। ਇਹ ਹੈਲਥ ਕੇਅਰ ਇਨਵਾਇਰਮੈਂਟ ਦੇ ਵਿੱਚ ਵਿਜ਼ੀਬਲ ਹੀ ਆ, ਇਹ ਸਾਰਿਆਂ ਨੂੰ ਦਿਖਾਈ ਦੇ ਰਿਹਾ ਵੀ ਹਾਂ ਵੀ ਉਹ ਜਿਹੜੀਆਂ ਕੰਪਨੀਜ਼ ਨੇ ਉਹ ਇਸ ਤਰੀਕੇ ਦਾ ਜਿਹੜਾ ਕਿ ਪ੍ਰਮੋਸ਼ਨ ਮੈਥਡ ਆ ਉਹ ਯੂਜ਼ ਕਰਦੀਆਂ ਨੇ। ਇਹਦੇ ਕਰਕੇ ਇਹਦਾ ਆਨਸਰ ਹੋ ਜਾਊਗਾ ਜੈਸ। ਠੀਕ ਹੈ, ਲਾਸਟ ਵਾਲਾ ਕੀ ਆ, ਦੀ ਡਰੱਗ ਕੰਪਨੀਜ਼ ਮੇ ਗਿਵ ਫ੍ਰੀ ਡਰੱਗ ਸੈਂਪਲਸ ਟੂ ਪੇਸ਼ੈਂਟਸ ਵਿਦਾਊਟ ਡਾਕਟਰਸ ਪ੍ਰਿਸਕ੍ਰਿਪਸ਼ਨ। ਦੀ ਡਰੱਗ ਕੰਪਨੀਜ਼ ਮੇ ਗਿਵ, ਤਾਂ ਜਿਹੜੀ ਡਰੱਗ ਕੰਪਨੀਜ਼ ਨੇ ਕਹਿੰਦਾ ਵੀ ਉਹ ਕੀ ਕਰ ਸਕਦੀਆਂ ਨੇ, ਫ੍ਰੀ ਦੇ ਵਿੱਚ ਡਰੱਗ ਸੈਂਪਲ ਜਿਹੜੇ ਐਕਸਪੈਂਸਿਵ ਹੁੰਦੇ ਆ ਉਹ ਦੇ ਸਕਦੀਆਂ ਨੇ ਪੇਸ਼ੈਂਟ ਨੂੰ ਡਾਕਟਰ ਤੋਂ ਪੁੱਛੇ ਬਗੈਰ। ਇਹਦੀ ਲੋਕੇਸ਼ਨ ਮੈਂ ਤੁਹਾਨੂੰ ਦੱਬ ਕੇ ਦਿਖਾਉਣਾ ਹੈ, ਆਪਾਂ ਬਹੁਤ ਹੀ ਧਿਆਨ ਨਾਲ ਆਹ ਪੈਸੇਜ ਕੀਤਾ ਸੀ। ਆਹ ਦੇਖੋ ਕਹਿੰਦਾ ਫ੍ਰੀ ਸੈਂਪਲਸ ਆਫ ਨਿਊ ਐਂਡ ਐਕਸਪੈਂਸਿਵ ਡਰੱਗਸ ਮਾਈਟ ਬੀ ਦਾ ਸਿੰਗਲ ਮੋਸਟ ਇਫੈਕਟਿਵ ਵੇ। ਕਹਿੰਦਾ ਸਭ ਤੋਂ ਵਧੀਆ ਤਰੀਕਾ ਗਾ ਸ਼ਾਇਦ ਕਾਹਦੇ ਵਾਸਤੇ, ਡਾਕਟਰਾਂ ਦਾ ਅਤੇ ਪੇਸ਼ੈਂਟ ਨੂੰ ਲਾਇਰ ਬਣਾਉਣ ਦੇ ਲਈ, ਹੈ ਨਾ। ਇਹ ਚੀਜ਼ ਉਹਨਾਂ ਨੇ ਦੱਸੀ ਹੋਈ ਆ, ਪਰ ਉਹਨਾਂ ਨੇ ਕਿਤੇ ਪਾਸੇ ਇਹ ਨਹੀਂ ਕਿਹਾ ਵੀ ਉਹ ਜਿਹੜੇ ਕਿ ਫ੍ਰੀ ਦੇ ਵਿੱਚ ਸੈਂਪਲ ਨੇ ਉਹ ਪੇਸ਼ੈਂਟ ਨੂੰ ਦੇ ਸਕਦੇ ਆ ਬਿਨਾਂ ਡਾਕਟਰ ਤੋਂ ਪੁੱਛੇ। ਤੁਸੀਂ ਸਾਰਾ ਅੱਗੇ ਪੜ੍ਹ ਕੇ ਦੇਖ ਲਓ। ਸੇਲ ਪੀਪਲ ਹੈਂਡ ਆਊਟ $100 ਵਰਥ ਆਫ ਸੈਂਪਲ ਈਚ ਵੀਕ, ਵਰਥ ਆਫ ਦੈਮ ਇਨ 1 year ਥੋ ਫਿਊ ਕੰਪਰੀਹੈਂਸਿਵ ਕੀ ਲਿਖਿਆ ਹੋਇਆ ਸਟੱਡੀਜ਼ ਹੈਵ ਬੀਨ ਕੰਡਕਟਡ ਵਨ ਬਾਈ ਯੂਨੀਵਰਸਿਟੀ ਆਫ ਵਾਸ਼ਿੰਗਟਨ। ਮਤਲਬ ਕਿ ਕਿਤੇ ਵੀ ਉਹਨਾਂ ਨੇ ਐ ਨਹੀਂ ਕਿਹਾ ਵੀ ਡਾਕਟਰ ਤੋਂ ਪੁੱਛੇ ਬਗੈਰ ਦੇ ਦਿਓ, ਹੈ ਨਾ। ਅਵਾਇਲੇਬਿਲਿਟੀ ਅਫੈਕਟਡ ਦੇ ਫਿਜ਼ੀਕਲ ਪ੍ਰਿਸਕ੍ਰਾਈਬ ਟੋਟਲ ਆਫ, ਇੱਥੇ ਡਾਕਟਰਾਂ ਦੀ ਕਹਾਣੀ ਆ ਗਈ। ਤਾਂ ਇਹਦੇ ਕਰਕੇ ਅੱਧੀ ਅਧੂਰੀ ਜੀ ਇਨਫੋਰਮੇਸ਼ਨ ਆ, ਇਹਦੇ ਕਰਕੇ ਜਿਹੜਾ ਲਾਸਟ ਦਾ ਆਨਸਰ ਉਹ ਕੀ ਆ ਜਾਊਗਾ, ਲਾਸਟ ਵਾਲਾ ਆ ਜਾਊਗਾ ਆਪਣਾ ਨੋਟ ਗਿਵਨ। ਦੇਖੋ ਕਿੰਨੇ ਸੌਖੇ ਤਰੀਕੇ ਨਾਲ ਟਰੂ ਫਾਲਸ ਨੋਟ ਜਸਟ ਨੂੰ ਨੋਟ ਗਿਵਨ ਆਪਾਂ ਕਰ ਲਏ, ਕਿਉਂਕਿ ਆਪਾਂ ਲਿਸਟ ਆਫ ਹੈਡਿੰਗ ਧਿਆਨ ਨਾਲ ਕੀਤੀ ਸੀ। ਤਾਂ ਇਸ ਵੇ ਦੇ ਨਾਲ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਰੀਡਿੰਗ ਨੂੰ ਸੋਲਵ ਕਰ ਸਕਦੇ ਹੋ। ਥੈਂਕ ਯੂ ਸੋ ਮਚ ਅੱਜ ਦੀ ਇਸ ਕਲਾਸ ਨੂੰ ਅਟੈਂਡ ਕਰਨ ਦੇ ਲਈ।